गुड मॉर्निंग स्टूडेंट्स। गुड मॉर्निंग सर। आवाज आ रही है? गुड मॉर्निंग सर। ओके, ਅੱਜ ਆਪਾਂ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਸੀਗਾ ਹਫਤੇ ਵਿੱਚ ਇੱਕ ਜਾਂ ਦੋ ਦਿਨ ਆਪਾਂ ਬਿਜ਼ਨਸ ਸਟੱਡੀ ਤੇ ਐਮਓਪੀ ਲਾਇਆ ਕਰਾਂਗੇ ਤੇ ਅੱਜ ਉਸੇ ਲੜੀ ਦੇ ਵਿੱਚ ਆਪਾਂ ਸਬਜੈਕਟ ਕਰਨ ਲੱਗੇ ਹਾਂ ਬਿਜ਼ਨਸ ਸਟੱਡੀ। ਉਸ ਤੋਂ ਪਹਿਲੇ ਮੈਂ ਤੁਹਾਨੂੰ ਥੋੜਾ ਜਿਹਾ ਸਿਲੇਬਸ ਵੀ ਕਿਹੜੇ-ਕਿਹੜੇ ਲੈਸਨ ਹੈ, ਬੁੱਕਸ ਜਿਹੜੇ ਸਟੂਡੈਂਟ ਸਾਡੇ ਕੋਲ ਪੜ੍ਹ ਰਹੇ ਨੇ ਆਲਮੋਸਟ ਜਿਨ੍ਹਾਂ ਨੂੰ ਐਡਮਿਸ਼ਨ ਫਾਰਮ ਵਾਸਤੇ ਬੁਲਾਇਆ ਸੀਗਾ ਉਹ ਉਹਨਾਂ ਨੂੰ ਮਿਲ ਚੁੱਕੀ ਹੈ ਸਾਡੇ ਵੱਲੋਂ, ਠੀਕ ਹੈ। ਤਾਂ ਫਿਰ ਵੀ ਅਸੀਂ ਸੌਫਟ ਕਾਪੀ ਤੁਹਾਨੂੰ ਗਰੁੱਪ ਦੇ ਵਿੱਚ ਭੇਜਤੀ ਹੈ। ਕੱਲ ਮੈਂ ਸੌਫਟ ਕਾਪੀਜ਼ ਕੁਝ ਲੈਸਨਸ ਦੀਆਂ ਤੁਹਾਨੂੰ ਭੇਜ ਚੁੱਕਿਆ WhatsApp 'ਚ। ਇਹ ਆਪਣਾ ਲੈਸਨ ਟਾਰਗੇਟ ਹੈ ਵੀ ਬਿਜ਼ਨਸ ਸਟੱਡੀ ਦੇ ਆਪਾਂ 6 ਲੈਸਨ ਕਰਾਂਗੇ ਐਸੇ ਮਹੀਨੇ ਦੇ ਵਿੱਚ ਤੇ MOP ਦੇ 9 ਤੱਕ ਲੈਸਨ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਆਪਾਂ ਉਸ ਦੇ ਵਿੱਚ 2 ਲੈਸਨ, ਥਰਡ ਲੈਸਨ ਬਿਜ਼ਨਸ ਸਟੱਡੀ ਦਾ ਤੇ ਫਿਫਥ ਲੈਸਨ ਕਰਾਂਗੇ ਜਿੰਨਾ ਕਿ ਆਪਾਂ ਟਾਈਮ ਦੇ ਮੁਤਾਬਕ ਕਰ ਸਕਦੇ ਹਾਂ। ਵੈਸੇ ਤੁਸੀਂ ਥਰਡ ਲੈਸਨ ਕੀਤਾ ਹੋਇਆ ਕੋਈ, ਪਰ ਕੁਝ ਬੱਚੇ ਕਹਿ ਰਹੇ ਸੀ ਸਰ ਇਹ ਚੈਪਟਰ ਵਧੀਆ ਹੈ, ਦੁਬਾਰਾ ਇੱਕ ਵਾਰੀ ਫਿਰ ਤੋਂ ਸਮਝਾ ਦਿੱਤਾ ਜਾਏ ਬਰੀਫ ਤਾਂ ਆਪਾਂ ਉਹਨੂੰ ਦੁਬਾਰਾ ਕਰਾਂਗੇ। ਬਾਕੀ ਇਹ ਰੂਟੀਨ ਲਾਈਫ ਦਾ ਹੈ ਥਰਡ ਚੈਪਟਰ। ਤਾਂ ਕੀ ਹੈ ਥਰਡ ਚੈਪਟਰ ਦਾ ਨਾਮ ਹੈ ਬੇਟਾ ਸਰਵਿਸ ਸੈਕਟਰ। ਬਿਜ਼ਨਸ ਦੇ ਵਿੱਚ ਬੇਟਾ 2 ਗੱਲਾਂ ਹੁੰਦੀਆਂ ਨੇ, ਇੱਕ ਆਪਾਂ ਕਹਿੰਦੇ ਹਾਂ ਵੀ ਬਿਜ਼ਨਸ ਕੀ ਹੈ, ਜਿਹੜਾ ਸਾਨੂੰ ਪੈਸੇ ਆਪਾਂ ਪੇ ਕਰਦੇ ਹਾਂ ਜਿਨ੍ਹਾਂ ਗੁੱਡਸ ਜਾਂ ਸਰਵਿਸਿਜ਼ ਦੇ ਬਦਲੇ। ਮੈਂ ਤੁਹਾਨੂੰ ਸਮਾਨ ਦਿੰਦਾ ਹਾਂ, ਤੁਸੀਂ ਮੇਰੇ ਤੋਂ ਸਮਾਨ ਖਰੀਦਦੇ ਹੋ, ਉਹ ਪਰਚੇਜ਼ ਸੇਲ ਪਰਚੇਜ਼ ਜਿਵੇਂ ਆਪਾਂ ਅਕਾਊਂਟ 'ਚ ਕਰਦੇ ਹਾਂ ਉਹ ਕੀ ਹੈ ਗੁੱਡਸ। ਪਰੰਤੂ ਕੁਝ ਸਰਵਿਸਿਜ਼ ਵੀ ਨੇ ਜਿੰਦੇ ਬਦਲੇ ਵਿੱਚ ਤੁਹਾਨੂੰ ਪੈਸੇ ਦੇਣੇ ਪੈਂਦੇ। ਡਾਕਟਰ ਕੋਲ ਜਾਂਦੇ ਹੋ, ਡਾਕਟਰ ਤੁਹਾਨੂੰ ਕੀ ਕਰਦਾ ਹੈ, ਕੋਈ ਚੀਜ਼ ਨਹੀਂ ਦਿੰਦਾ। ਡਾਕਟਰ ਤੁਹਾਡਾ ਚੈੱਕਅਪ ਕਰਦਾ ਹੈ, ਟੈਂਪਰੇਚਰ ਚੈੱਕ ਕਰਦਾ ਹੈ, BP ਚੈੱਕ ਕਰਦਾ ਹੈ ਤੇ ਤੁਹਾਡੀ ਬਿਮਾਰੀ ਦਾ ਨਾਮ ਦੱਸਦਾ ਹੈ ਤੇ ਤੁਹਾਡੇ ਉਸ ਤੋਂ ਬਦਲੇ ਵਿੱਚ ਕੋਈ 100 ਕੋਈ 150 ਕੋਈ 200 ਵੱਡੇ ਮਲਟੀ ਸਿਟੀ 'ਚ ਚਲੇ ਜਾਓ ਕੋਈ 500 ਰੁਪਏ ਫੀਸ ਲੈ ਲੈਂਦਾ ਹੈ, ਡੈਟ ਇਜ਼ ਸਰਵਿਸ। ਇਸੇ ਤਰ੍ਹਾਂ ਵਕੀਲ ਕੋਲ ਕੋਈ ਗੱਲ ਪੁੱਛਣ ਜਾਂਦੇ ਹੋ ਸਰਵਿਸ ਲੈ ਲੈਂਦਾ। ਪੰਡਤ ਕੋਲ, ਕਈ ਪੰਡਤਾਂ ਕੋਲ ਵੀ ਜਾਂਦੇ ਨੇ ਜੀ ਮੇਰੇ ਹੱਥ ਦੇਖ ਕੇ ਦੱਸੋ ਜੀ ਮੈਨੂੰ ਨੌਕਰੀ ਕਦੋਂ ਲੱਗਣੀ ਹੈ, ਮੇਰਾ ਵਿਆਹ ਕਦੋਂ ਹੋਣਾ ਹੈ, ਡੈਟ ਇਜ਼ ਆਲਸੋ ਏ ਸਰਵਿਸ। ਤਾਂ ਸਰਵਿਸ ਸੈਕਟਰ ਐਂਡ ਬਿਜ਼ਨਸ ਉਹਦੇ ਵਿੱਚ ਆਪਾਂ ਪੜ੍ਹਨਾ ਹੈ। ਸਾਡੇ ਬੁੱਕ ਦੇ ਵਿੱਚ ਸਭ ਤੋਂ ਪਹਿਲੇ ਡਿਫਰੈਂਸ ਹੀ ਪੁੱਛਿਆ ਵੀ ਸਰਵਿਸ ਤੇ ਗੁੱਡਸ ਦੇ ਵਿੱਚ ਕੀ ਡਿਫਰੈਂਸ ਹੈ। ਇਹ ਤੁਹਾਨੂੰ ਪਤਾ ਹੀ ਹੈ ਵੀ ਜਿਵੇਂ ਗੁੱਡਸ ਹੈ ਸਾਨੂੰ ਦਿਖਦੀਆਂ ਹੈ, ਸਰਵਿਸ ਸਾਨੂੰ ਦਿਖਦੀਆਂ ਨਹੀਂ ਤੇ ਇਹਦੇ 'ਚ ਸਪੈਸ਼ਲ ਨੌਲੇਜ ਦੀ ਲੋੜ ਪੈਂਦੀ ਹੈ। ਡਾਕਟਰ ਬਣਨੇ ਹੋ ਤਾਂ ਤੁਹਾਨੂੰ ਡਾਕਟਰੀ ਵਾਸਤੇ ਸਪੈਸ਼ਲ ਕੋਈ MBBS MD ਕਰਨਾ ਪਏਗਾ। ਵਕੀਲ ਬਣਨੇ ਹੋ LLB MLB LLM ਕਰਨੀ ਪਏਗੀ। ਪਰੰਤੂ ਗੁੱਡ ਇਹਦੇ ਵਾਸਤੇ ਇੰਨੇ ਸਪੈਸ਼ਲ ਸਰਵਿਸ ਦੀ ਲੋੜ ਪੈ ਵੀ ਸਕਦੀ, ਗੁੱਡਸ ਵਾਸਤੇ ਤੁਹਾਨੂੰ ਲੋੜ ਨਹੀਂ। ਤੁਸੀਂ ਵੈਸੇ ਵੀ ਤੁਹਾਡੇ ਘਰੇ ਬੈਠ ਕੇ ਦੁਕਾਨ ਦੀ ਖੋਲ ਲਈ, ਤੁਸੀਂ ਸਮਾਨ ਸੇਲ ਪਰਚੇਜ ਕਰੀ ਜਾਂਦੇ ਹੋ, ਜ਼ਰੂਰਤ ਨਹੀਂ ਹੈ। ਇਸ ਤਰੀਕੇ ਦੇ ਡਿਫਰੈਂਸ ਦੇ ਪੁਆਇੰਟਸ ਦਿੱਤੇ ਨੇ, ਵੈਰੀ ਈਜ਼ੀ, ਯੂ ਕੈਨ ਈਜ਼ੀਲੀ ਅੰਡਰਸਟੈਂਡ, ਤੁਹਾਨੂੰ ਸਮਝ ਆ ਜਾਣਗੇ। ਉਸ ਤੋਂ ਬਾਅਦ ਹੈ ਸਰਵਿਸ ਸੈਕਟਰ ਕਿਹੜੇ ਨੇ, ਵੱਖਰੇ ਸਭ ਤੋਂ ਪਹਿਲੇ ਉਹਦੇ ਚ ਆਪਾਂ ਕਰਨ ਲੱਗੇ ਹਾਂ ਤੇ 4-5 ਮੇਨ ਸੈਕਟਰ ਅੱਜ ਡਿਸਕਸ ਕਰਾਂਗੇ। ਸਭ ਤੋਂ ਪਹਿਲੇ ਹੈ ਬੈਂਕਿੰਗ। ਤਾਂ ਬੈਂਕਿੰਗ ਸੈਕਟਰ, ਬੈਂਕ ਜਿਹੜਾ ਹੈ ਇਹ ਵਰਡ ਜਿਹੜਾ ਹੈ ਤੁਸੀਂ ਡਿਟੇਲ ਦੇ ਵਿੱਚ ਜਦੋਂ ਪੜੋਗੇ ਉਦੋਂ ਤੁਹਾਨੂੰ ਪਤਾ ਲੱਗ ਜਾਊਗਾ। ਇੱਕ ਫੋਰਨ ਲੈਂਗੁਏਜ ਤੋਂ ਲਿਆ ਗਿਆ, ਉਸਦਾ ਮਤਲਬ ਸੀ ਟੇਬਲ। ਇੱਕ ਉੱਥੇ ਬੈਠ ਕੇ ਗੱਲਬਾਤ ਕਰਦੇ ਸੀਗੇ, ਮੀਟਿੰਗ ਕਰਦੇ ਸੀਗੇ, ਤਾਂ ਉੱਥੋਂ ਵਰਡ ਲਿਆ ਗਿਆ ਹੈ। ਅੱਜ ਦੇ ਜ਼ਮਾਨੇ ਦੇ ਵਿੱਚ ਬੈਂਕਿੰਗ ਜਿਹੜੀ ਹੈ ਬਹੁਤ ਹੀ ਜ਼ਰੂਰੀ ਹੋ ਗਿਆ ਹੈ। ਇੱਕ ਪੈਸੇ ਦਾ ਲੈਣ ਦੇਣ ਜਾਂ ਪੈਸੇ ਦਾ ਵਪਾਰ ਕਰਨ ਵਾਸਤੇ ਇੱਕ ਸੰਸਥਾ ਹੈ, ਸਮਝ ਲਓ, ਜਿਹਨੂੰ ਆਪਾਂ ਬੈਂਕ ਕਹਿ ਦਿੰਦੇ ਹਾਂ। ਇਹਦਾ ਮੇਨ ਕੰਮ ਕੀ ਹੈ, ਲੋਕਾਂ ਨੂੰ ਉਧਾਰ ਦੇਣਾ, ਉਧਾਰ ਪੈਸੇ ਵਿਆਜ ਤੇ ਪੈਸੇ ਦੇਣਾ, ਵਿਆਜ ਤੇ ਪੈਸੇ ਜੇ ਕੋਈ ਚਾਹੁੰਦਾ ਹੈ ਫालतू ਪੈਸੇ ਪਏ ਉਹ ਜਮਾ ਕਰਾ ਦਿੰਦਾ ਹੈ। ਤਾਂ ਬੈਂਕ ਦੀ ਜਿਹੜੀ ਇੰਡੀਅਨ ਬੈਂਕਿੰਗ ਕੰਪਨੀਜ਼ ਹੈ, ਬੈਂਕਿੰਗ ਵੀ ਕੰਪਨੀਜ਼ ਹੈ, ਇੰਡੀਅਨ ਬੈਂਕਿੰਗ ਕੰਪਨੀ ਨੇ ਇਹਦੀ ਪਰਿਭਾਸ਼ਾ ਦਿੱਤੀ ਹੈ, ਬੈਂਕ ਇਜ਼ ਐਨ ਇੰਸਟੀਟਿਊਸ਼ਨ ਅਸੈਪਟਿੰਗ ਡਿਪੋਜ਼ਿਟ ਫॉर द पर्पज ऑफ लैंडिंग और इन्वेस्टमेंट। मतलब लोगों तो पैसा लेना इन्वेस्टमेंट करने वास्ते या उधार देने वास्ते, ठीक है। चेक, ड्राफ्ट, ऑर्डर, मनी ऑर्डर एक्स्ट्रा। तो बैंक दी बेटा उस तो बाद है भी टाइप्स की है। बैंक्स दे काम बैंक्स दी टाइप्स दे ऊपर निर्भर ने। ਆਪਾਂ ਜਿਹੜੇ ਬੈਂਕ ਆਪਾਂ ਆਸ-ਪਾਸ ਦੇਖਦੇ ਹਾਂ ਆਪਣੇ ਪਿੰਡਾਂ ਦੇ ਵਿੱਚ, ਮੰਨ ਲਓ ਕਿਤੇ ਕੈਨਰਾ ਬੈਂਕ ਹੈ, ਕਿਤੇ ਕੋਆਪਰੇਟਿਵ ਬੈਂਕ ਹੈ, ਕਿਤੇ ਐਕਸਿਸ ਬੈਂਕ ਹੈ, ਉਹ ਨੇ ਕਮਰਸ਼ੀਅਲ ਬੈਂਕ। ਜਿਹੜਾ ਸਾਡੇ ਤੋਂ ਪੈਸੇ ਜਿਨ੍ਹਾਂ ਤੋਂ ਅਸੀਂ ਉਧਾਰ ਲੈਣੇ ਵੀ ਹਾਂ, ਸਾਡਾ ਫालतू ਪੈਸੇ ਹੋਇਆ ਅਸੀਂ ਉੱਥੇ ਜਮ੍ਹਾਂ ਕਰਾ ਦਿੰਨੇ ਆ, FD ਕਰਵਾ ਦਿੰਨੇ ਆ, ਉਹਨੂੰ ਕਹਿੰਦੇ ਆ ਕਮਰਸ਼ੀਅਲ ਬੈਂਕ। ਇਹ ਪ੍ਰਾਈਵੇਟ ਵੀ ਹੋ ਸਕਦੇ ਨੇ, ਸਰਕਾਰੀ ਵੀ ਹੋ ਸਕਦੇ ਨੇ,
ਬਹੁਤ ਸਾਰੇ ਪ੍ਰਾਈਵੇਟ ਬੈਂਕ ਨੇ, ਬਹੁਤ ਸਾਰੇ ਸਰਕਾਰੀ ਬੈਂਕ ਨੇ, ਪਿੰਡਾਂ ਦੇ ਵਿੱਚ ਵੀ ਪ੍ਰਾਈਵੇਟ ਬੈਂਕ ਪਹੁੰਚ ਚੁੱਕੇ ਨੇ। ਕੋਆਪਰੇਟਿਵ ਬੈਂਕ ਦਾ ਅਰਥ ਕੀ ਹੁੰਦਾ ਬੇਟਾ? ਕੋਆਪਰੇਟਿਵ ਬੈਂਕ ਜਿਹੜੇ ਆਪਾਂ ਇੱਕ ਦੂਜੇ ਨਾਲ ਮਿਲ ਜੁਲ ਕੇ ਕਰਦੇ ਆ। ਕੋਆਪਰੇਟਿਵ ਮੰਨ ਲਓ ਕੋਆਪਰੇਟਿਵ ਸੁਸਾਇਟੀ ਵਾਲੇ ਪਿੰਡਾਂ ਦੇ ਵਿੱਚ ਵੀ ਨੇ, ਉਹ ਕੀ ਨੇ, ਉਹ ਕੋਈ ਸਰਕਾਰੀ ਜਾਂ ਪ੍ਰਾਈਵੇਟ ਨਹੀਂ ਹੈਗੇ। ਕੋਆਪਰੇਟਿਵ ਸੁਸਾਇਟੀ ਇੱਕ ਅਲੱਗ ਬੰਦੀ ਹੈ, ਉਹਦੇ ਅੰਡਰ ਰਜਿਸਟਰਡ ਹੋ ਕੇ ਬਣੇ ਹੁੰਦੇ ਨੇ। ਠੀਕ ਹੈ, ਇਹ ਸਟੇਟ ਕੋਆਪਰੇਟਿਵ ਇੱਕ ਐਕਟ ਹੈ, ਸਟੇਟ ਕੋਆਪਰੇਟਿਵ ਸੁਸਾਇਟੀ ਐਕਟ, ਉਹਦੇ ਅੰਡਰ ਰਜਿਸਟਰਡ ਹੁੰਦੇ ਨੇ। ਸਪੈਸ਼ਲਾਈਜ਼ਡ ਬੈਂਕ ਕੀ ਹੁੰਦੇ ਨੇ ਬੇਟਾ? ਜਿਨ੍ਹਾਂ ਦਾ ਜੋ ਕੋਈ ਸਪੈਸ਼ਲ ਕੰਮ ਦੇ ਵਾਸਤੇ ਬਣੇ ਹੁੰਦੇ ਨੇ। ਜਿਵੇਂ ਕਿ ਤੁਸੀਂ ਇੱਕ ਬੈਂਕ ਸੁਣਿਆ ਹੋਣਾ ਨਾਬਾਰਡ, ਸਕੂਲਾਂ ਦੇ ਵਿੱਚ ਵੀ ਇਸ ਬੈਂਕ ਦੇ ਅੰਡਰ ਬਿਲਡਿੰਗ ਬਣਦੀ ਹੈ, ਸੜਕਾਂ ਬਣਦੀਆਂ ਨੇ, ਪਿੰਡਾਂ ਦੇ ਵਿੱਚ ਵੀ, ਸ਼ਹਿਰਾਂ ਦੇ ਵਿੱਚ ਵੀ। ਤੇ ਆਪਣੇ ਜਿਵੇਂ ਕਈ ਸਕੂਲਾਂ ਦੇ ਵਿੱਚ ਕਮਰੇ ਵੀ ਆਏ ਨੇ ਇਸ ਸਕੀਮ ਦੇ ਅੰਡਰ, ਜਿਹੜੇ ਉਸ ਕੰਮ ਵਾਸਤੇ ਨੇ। ਨੈਸ਼ਨਲ, ਇਹਦੀ ਫੁੱਲ ਫਾਰਮ ਵੀ ਆ ਜਾਂਦੀ ਹੈ, ਨੈਸ਼ਨਲ ਬੈਂਕ ਫॉर ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ, ਪੇਂਡੂ ਖੇਤਰ ਦੀ ਵਿਕਾਸ ਵਾਸਤੇ ਨੇ। ਤਾਂ ਇਹ ਸਪੈਸ਼ਲਾਈਜ਼ਡ ਬੈਂਕ ਹੋ ਗਏ। ਸੈਂਟਰਲ ਬੈਂਕ ਕੀ ਹੁੰਦਾ ਹੈ? ਇੱਕ ਵਿਚਾਲੇ ਰਹਿ ਗਿਆ ਸੈਂਟਰਲ ਬੈਂਕ। ਸੈਂਟਰਲ ਬੈਂਕ ਕੀ ਹੁੰਦਾ ਹੈ ਬੇਟਾ? ਜਿਹੜੇ ਸਾਰੇ ਬੈਂਕਾਂ ਨੂੰ ਕੰਟਰੋਲ ਕਰਨ ਵਾਸਤੇ ਇੱਕ ਸਰਕਾਰੀ ਅਥਾਰਟੀ ਬਣਾਈ ਹੈ। ਜਿਵੇਂ ਸਾਡੇ ਦੇਸ਼ ਦਾ ਸੈਂਟਰਲ ਬੈਂਕ ਕੀ ਹੈ? ਇੱਕ ਨੰਬਰ ਦਾ ਕੁਐਸਚਨ ਆ ਜਾਂਦਾ ਹੁੰਦਾ ਹੈ, RBI, ਰਿਜ਼ਰਵ ਬੈਂਕ ਆਫ ਇੰਡੀਆ, ਜਿਹਨਾਂ ਦਾ ਮੇਨ ਕੰਮ ਕਰੰਸੀ ਨੂੰ ਕੰਟਰੋਲ ਕਰਨਾ, ਨੋਟ ਛਾਪਣਾ, ਜੇ ਬਾਜ਼ਾਰ ਦੇ ਵਿੱਚ ਜ਼ਿਆਦਾ ਨੋਟ ਆ ਗਏ ਉਹਨੂੰ ਕੰਟਰੋਲ ਕਰਨਾ, ਕ੍ਰੈਡਿਟ ਨੂੰ ਕੰਟਰੋਲ ਕਰਨਾ। ਇਹ ਸਾਰਾ ਕੰਮ ਜਿਹੜੇ ਨੇ ਸੈਂਟਰਲ ਬੈਂਕ ਦੇ ਨੇ। ਸਾਡੇ ਦੇਸ਼ ਦੇ ਸੈਂਟਰਲ ਬੈਂਕ ਦਾ ਨਾਮ ਕੁਝ ਬੱਚੇ ਲਿਖ ਜਾਂਦੇ ਨੇ ਸੈਂਟਰਲ ਬੈਂਕ ਆਫ ਇੰਡੀਆ, ਨਹੀਂ, ਰਿਜ਼ਰਵ ਬੈਂਕ ਆਫ ਇੰਡੀਆ, RBI। ਜਿਹੜੇ ਨੋਟ ਛਾਪਦੀ ਹੈ ਉਹਦੇ ਉੱਪਰ ਲਿਖਿਆ ਵੀ ਹੁੰਦਾ ਰਿਜ਼ਰਵ ਬੈਂਕ ਆਫ ਇੰਡੀਆ। उनके गवर्नर ਦੇ ਸਾਈਨ ਹੁੰਦੇ। तो मैं ग्राहक को इतने रुपए अदा करने का वचन देता हूं, इस तरीके ਨਾਲ। ਤਾਂ ਬੇਟਾ ਇਸ ਤੋਂ ਬਾਅਦ ਇਹਦੇ ਵਿੱਚ ਸਾਰੇ ਬੈਂਕ ਤੁਹਾਡੀ ਕਿਤਾਬ ਦੇ ਵਿੱਚ ਕੰਮ ਦਿੱਤੇ ਹੋਏ ਨੇ। ਕਮਰਸ਼ੀਅਲ ਬੈਂਕ ਦੇ ਕੀ ਕੰਮ ਨੇ? ਲੋਕਾਂ ਤੋਂ ਪੈਸਾ ਜਮ੍ਹਾਂ ਕਰਨਾ, ਲੋਕਾਂ ਨੂੰ ਲੋਨ ਜਾਂ ਉਧਾਰ ਦੇਣਾ, ਠੀਕ ਹੈ, ਲੋਕਾਂ ਦੇ ਚੈੱਕ ਇਕੱਠੇ ਕਰਨਾ। ਤੁਸੀਂ ਇੱਕ ਚੀਜ਼ ਪੜ੍ਹੀ ਸੀਗੀ ਅਕਾਊਂਟ ਦੇ ਵਿੱਚ, ਬਿੱਲ ਹੁੰਦੇ ਨੇ, ਬਿੱਲ ਰਿਸੀਵੇਬਲ। ਤੁਸੀਂ ਉਧਾਰ ਦਿੱਤਾ ਮਾਲ, 3 ਮਹੀਨੇ ਬਾਅਦ ਪੈਸੇ ਮਿਲਣੇ ਨੇ, ਉਹ ਬਿੱਲ ਰਿਸੀਵੇਬਲ ਹੈ। ਤੁਸੀਂ ਚਾਹੁੰਦੇ ਹੋ ਪੈਸੇ ਲੈਣਾ ਤਾਂ ਬੈਂਕ 'ਚ ਜਾ ਕੇ ਉਹ ਬਿੱਲ ਰਿਸੀਵੇਬਲ ਦੇ ਕੇ ਪੈਸੇ ਵੀ ਲੈ ਸਕਦੇ ਹੋ। ਉਹ ਸਾਰੇ ਕੰਮ ਬੈਂਕ ਕਰਦਾ ਹੈ। ਬੈਂਕ ਤੁਹਾਡੇ ਬਿਹਾਫ ਤੇ ਕਈ ਪੇਮੈਂਟ ਵੀ ਕਰਦਾ ਹੈ। ਅਗਰ ਤੁਸੀਂ ਬੈਂਕ ਨੂੰ ਕਹਿ ਦਿਓ ਵੀ ਸਾਡੇ ਬਿਹਾਫ ਤੇ LIC ਦੀ ਪੇਮੈਂਟ ਕਰ ਦੇ, ਬੱਚਿਆਂ ਦੀ ਫੀਸ ਭਰ ਦਿਓ, ਤਾਂ ਬੈਂਕ ਨੂੰ ਜੇ ਤੁਸੀਂ ਪਹਿਲੇ ਹੀ ਲਿਖ ਕੇ ਦਿੱਤਾ ਹੋਇਆ ਹੈ ਤਾਂ ਬੈਂਕ ਤੁਹਾਡੇ ਉਹ ਕੰਮ ਵੀ ਕਰਦਾ ਹੈ। ਇਹਨੂੰ ਏਜੰਸੀ ਵਰਕ ਵੀ ਕਹਿੰਦੇ ਹਾਂ, ਠੀਕ ਹੈ, ਇਹ ਵੀ ਕਰਦਾ ਹੈ। ਟਰਸਟੀ ਦੇ ਕੰਮ ਵੀ ਕਰਦਾ ਹੈ। ਤੁਹਾਡਾ ਗਰੰਟੀ ਵੀ ਦਿੰਦਾ ਹੈ ਕਿਸੇ ਨੂੰ ਵੀ ਆ ਬੰਦੇ ਦਾ ਸਾਡੇ ਬੈਂਕ ਦੇ ਵਿੱਚ ਅਕਾਊਂਟ ਹੈ ਇਸ ਪਰਸਨ ਦਾ, ਤੇ ਇਹਦੀ ਤੁਸੀਂ ਇਹਨੂੰ ਇੰਨਾ ਲੋਨ ਦੇ ਸਕਦੇ ਹੋ, ਇਸ ਤਰੀਕੇ ਦੇ। ਤਾਂ ਉਸ ਤੋਂ ਇਲਾਵਾ ਹੋਰ ਕੀ ਕੀ ਕੰਮ ਕਰਦਾ ਹੈ ਬੈਂਕ? ਸਾਨੂੰ ਲੋਕਲ ਪ੍ਰੋਵਾਈਡ ਕਰਦਾ, ਸੇਫਟੀ ਕਸਟਡੀ ਦਿੰਦਾ ਹੈ ਸਾਨੂੰ। ਮੈਂ ਤੁਹਾਨੂੰ ਜਿਵੇਂ ਪਹਿਲੇ ਹੀ ਦੱਸ ਚੁੱਕਿਆ ਕਿ ਲੈਟਰ ਆਫ ਕ੍ਰੈਡਿਟ ਹੁੰਦਾ ਬੇਟਾ। ਜੇ ਤੁਸੀਂ ਕਿਸੇ ਬਾਹਰ ਦੇਸ਼ 'ਚ ਮਾਲ ਆਪਦਾ ਖਰੀਦਣਾ ਹੈ ਤੇ ਉਹ ਤੁਹਾਡੀ ਗਰੰਟੀ ਮੰਗਦੇ ਨੇ, ਤਾਂ ਤੁਹਾਡਾ ਬੈਂਕ ਜਿਹੜਾ ਹੈ ਤੁਹਾਨੂੰ ਗਰੰਟੀ ਦੇ ਦਿੰਦਾ ਹੈ ਵੀ ਇਸ ਪਰਸਨ ਦੇ ਅਗਰ ਪੈਸੇ ਡੁੱਬੇ ਤਾਂ ਅਸੀਂ ਜ਼ਿੰਮੇਦਾਰ ਹਾਂ, ਉਹਨੂੰ ਲੈਟਰ ਆਫ ਕ੍ਰੈਡਿਟ ਕਹਿੰਦੇ ਹਾਂ। ਇਸ ਤਰੀਕੇ ਦੇ ਬੈਂਕ ਬਹੁਤ ਸਾਰੇ, ਕਮਰਸ਼ੀਅਲ ਬੈਂਕ ਜਿਹੜਾ ਹੈ ਬਹੁਤ ਸਾਰੇ ਕੰਮ ਕਰਦਾ ਹੈ। ਤੁਸੀਂ ਇਸ ਤੋਂ ਇਲਾਵਾ ਵੀ ਕੁਝ ਕੰਮ ਦਿੱਤੇ ਨੇ, ਤੁਸੀਂ ਬੁੱਕ ਦੇ ਵਿੱਚ ਈਜ਼ੀ ਨੇ ਕਰ ਸਕਦੇ ਹੋ। ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਹੈ ਵੀ ਬੈਂਕ ਦੀ ਟਾਈਪਸ, ਅਕਾਊਂਟ ਦੀ ਟਾਈਪ ਕਿਹੜੀ ਕਿਹੜੀ ਹੁੰਦੀ ਆ। ਆਮ ਤੌਰ ਤੇ ਜਿਹੜਾ ਸਾਡਾ ਖਾਤਾ ਖੁੱਲਿਆ ਹੁੰਦਾ ਹੈ ਉਹਨੂੰ ਕਹਿੰਦੇ ਆ ਸੇਵਿੰਗ ਅਕਾਊਂਟ। ਸੇਵਿੰਗ ਅਕਾਊਂਟ ਦੇ ਵਿੱਚ ਜਦੋਂ ਮਰਜ਼ੀ ਤੁਸੀਂ ਚਾਹੋ ਪੈਸੇ ਜਮ੍ਹਾਂ ਕਰਵਾ ਸਕਦੇ ਹੋ, ਕਢਵਾ ਸਕਦੇ ਹੋ, ਠੀਕ ਹੈ। ਮਿਨੀਮਮ ਬੈਲੈਂਸ ਰੱਖਣਾ ਪੈਂਦਾ ਹੈ ਤੇ ਇਹਦੇ ਵਿੱਚ ਵਿਆਜ ਜਿਹੜਾ ਹੈ ਅੱਜ ਕੱਲ ਲਗਭਗ 3.5% ਚੱਲਦਾ ਪਿਆ। ਦੂਸਰੀ ਟਾਈਪ ਹੁੰਦੀ ਹੈ ਬੈਂਕ ਦੀ FD, ਫਿਕਸਡ ਡਿਪੋਜ਼ਿਟ ਜਾਂ ਟਰਮ ਡਿਪੋਜ਼ਿਟ ਬੋਲ ਦਿੰਦੇ ਇਹਨੂੰ, ਟਾਈਮ ਡਿਪੋਜ਼ਿਟ, ਟਰਮ ਡਿਪੋਜ਼ਿਟ ਵੀ ਬੋਲ ਦਿੰਦੇ। ਟਾਈਮ ਤੇ ਟਰਮ ਇੱਕੋ ਹੀ ਗੱਲ ਹੁੰਦੀ ਹੈ। ਤੁਸੀਂ ਮੰਨ ਲਓ ਤੁਹਾਡੇ ਕੋਲ ਪੈਸਾ ਪਿਆ, ਕੋਈ 2 ਲੱਖ ਰੁਪਏ ਹੈ, ਤੁਸੀਂ ਕਹਿੰਦੇ ਹੋ ਯਾਰ ਇਹ ਤਾਂ ਮੈਨੂੰ 5 ਸਾਲ ਬਾਅਦ ਚਾਹੀਦਾ ਹੈ, ਜਾਂ 5 ਸਾਲ ਤੁਹਾਡੀ ਸਿਸਟਰ ਦੀ ਮੈਰਿਜ ਹੈ, ਜਾਂ ਤੁਸੀਂ ਕੋਈ ਪੜ੍ਹਾਈ ਵਾਸਤੇ ਚਾਹੀਦਾ, ਤਾਂ ਤੁਸੀਂ 5 ਸਾਲ ਵਾਸਤੇ ਬੈਂਕ ਦੇ ਵਿੱਚ ਜਮ੍ਹਾਂ ਕਰਾ ਦਿੰਦੇ ਹੋ। ਇਹਦੇ ਤੇ ਵਿਆਜ ਜ਼ਿਆਦਾ ਮਿਲਦਾ ਹੈ, ਅੱਜ ਕੱਲ ਲਗਭਗ 6, 6.5% ਚੱਲਦਾ ਪਿਆ। 5 ਸਾਲ ਤੋਂ ਪਹਿਲੇ ਤੁਸੀਂ ਕਢਾ ਨਹੀਂ ਸਕਦੇ, ਕਢਾਓਗੇ ਤਾਂ ਥੋੜਾ ਜਿਹਾ ਘੱਟ ਮਿਲੂਗਾ ਵਿਆਜ, ਪਹਿਲੇ ਬਿਲਕੁਲ ਹੀ ਨਹੀਂ ਕਢਾ ਸਕਦੇ ਹੁੰਦੇ ਸੀ। ਹੁਣ ਸਰਕਾਰ ਨੇ ਥੋੜੀ ਪਾਲਿਸੀਜ਼ ਬਦਲ ਦਿੱਤੀ, ਕਢਵਾ ਸਕਦੇ ਹੋ ਪਰੰਤੂ ਤੁਹਾਡਾ ਵਿਆਜ ਥੋੜਾ ਘੱਟ ਜਾਊਗਾ। ਤਾਂ ਇਹਨੂੰ ਕਹਿੰਦੇ ਆ ਫਿਕਸਡ ਡਿਪੋਜ਼ਿਟ। ਇਸ ਤੋਂ ਇਲਾਵਾ ਹੈ ਕਰੰਟ ਡਿਪੋਜ਼ਿਟ, ਕਰੰਟ ਅਕਾਊਂਟ ਵੀ ਕਹਿ ਦਿੰਦੇ ਆ। ਕਰੰਟ ਅਕਾਊਂਟ ਦਾ ਵਿੱਚ ਹੁੰਦਾ ਬੇਟਾ, ਇਹਦੇ ਵਿੱਚ ਤੁਹਾਡਾ ਜਦੋਂ ਮਰਜ਼ੀ ਤੁਸੀਂ ਕਢਾ ਸਕਦੇ ਹੋ, ਜਦੋਂ ਮਰਜ਼ੀ ਜਮ੍ਹਾਂ ਕਰਾ ਸਕਦੇ ਹੋ। ਸੇਵਿੰਗ ਦੇ ਵਿੱਚ ਤਾਂ ਮਿਨੀਮਮ ਬੈਲੈਂਸ ਹੁੰਦਾ ਹੈ, ਇਹ 0 ਬੈਲੈਂਸ ਤੇ ਹੁੰਦਾ, ਆਮ ਤੌਰ ਤੇ ਵਪਾਰੀਆਂ ਦਾ ਹੁੰਦਾ ਹੈ। ਇਹਦੇ ਉੱਪਰ ਵਿਆਜ ਜਿਹੜਾ ਹੈ ਬਿਲਕੁਲ ਹੀ
घट मिलता है, सेविंग तो भी घट मिलता है, क्योंकि ये मेन मकसद होंदा है भी पैसे एक थां तो दूजी थां ते ले जाण च रिस्क नहीं हुंदा सी, चैक नाल पेमेंट करनी, चैक नाल है जिन्ना मर्जी कढ़ा सकते हैं। ते इहदे च एक कमी है, उस कमी नूं कड्ढण वास्ते ही एक इहदे उपर ही लिमिट बनवा लैंदे आपां, ओडी लिमिट कह दिंदे इहनूं। कई बार की होंदा सानू ये सीगा भी साडा एक पैसे आने वाले 25,000 का चैक असीं लाया होया भी पैसे आ जाणगे, ते असीं उस दे कारण तो साडे 25,000 बैंक च हैगे आ, ये सोच के असीं किसी नूं 10,000 साडे पहले दे पे सी 35,000 असीं किसी नूं 30,000 का चैक देता, होया कि वो 25,000 रुपया आया नहीं, साडे खाते सिर्फ 5,000 सीगा, ते जिहड़ा पर्सन ने लेने सी उन्हें पैसे मिले नहीं, उन्हें साडे ते केस कर दिता, पैसे है नहीं तो एवें मैनूं चैक देता। अपने ये एक सजा है तुहाडा, इहनूं चैक डिसओनर कहने आ, जे चैक डिसओनर हो जाता बेटा सानूं सजा भी हो सकती है, जुर्माना भी लग सकता है। तो इस तो बचण वास्ते असीं लिमिट बनवा सकते हैं बैंक तो। लिमिट की हुंदा भी साडे जिन्ने बैंक तो मान लो लाख रुपए की लिमिट बनवाई है, तो असीं बैंक तो लाख रुपया चक सकते हैं, साडे खाते च नहीं भी है तो बैंक सानूं 1 लाख रुपए तक की पेमेंट दे देगा उधारी। तो मान लो जे असीं लिमिट बनवाई हुई है तो बैंक कहूगा 5,000 तो पिया इहदा, ते सानूं 25,000 रुपया दे लिमिट दे विचों दे दूगा। 1 लाख की लिमिट सीगी, 25,000 दे दूगा। मान लो 2 दिन बाद चैक आ गया तो बैंक की करूगा, सिर्फ 2 दिन का ब्याज लऊगा। 2 दिन असीं 25,000 बैंक का यूज किया, 2 दिन का ब्याज लऊगा। इहनूं ओडी कहने ओवरड्राफ्ट, ठीक है, लिमिट बनवाना, ठीक है। एक अकाउंट की टाइप होर है आरडी, ताही बेटा तुहानूं कहने देखो जिहड़ी कमर्स है इहदे च इन्ना कुछ सीखण नूं मिलदा, तुसीं चाहे 11वीं 12वीं तो बाद कमर्स ना भी करो, तुहानूं डेली लाइफ च बहुत कुछ जानकारी मिलूगी। रैकरिंग डिपॉजिट की हुंदा है, पिंडां दे विच भी शहरां दे विच भी आम तुसीं लेडीज़ इक लवांदियां ने भी, रोज़ का एक डाकखाने वाला या बैंक वाला बंदा आंदा है, रोज़ का 100 रुपया लै जांदा है, तुहाडे उंज पैसे बचाने औखा है तो तुसीं कहंदे हो भी रोज़ का साडे तो 50 रुपए लै जाओ, ते महीने का कितना हो गया बेटा 1500 रुपया इकट्ठा हो गया। ते रोज़ का या महीने का या हफ्ते का इकट्ठा करना, ਉਹਨੂੰ ਰੈਕਰਿੰਗ डिपॉजिट कहने, बैंक ਦੇ ਵਿੱਚ हर महीने ਅਸੀਂ पैसे जमा कराते रहने ਆ, ਉਹਦਾ ਜੁੜ ਕੇ ਵਿਆਜ ਲੱਗ ਲੱਗ ਕੇ ਇਕੱਠਾ ਹੁੰਦਾ ਰਹਿੰਦਾ ਹੈ, ਸਾਲ ਦੀ 3 ਸਾਲ ਦੀ 5 ਸਾਲ ਦੀ ਆਰਡੀ, ਇਹਨੂੰ ਆਰਡੀ ਵੀ ਬੋਲਦੇ ਆ ਸ਼ੋਰਟ ਦੇ ਵਿੱਚ, ਠੀਕ ਹੈ। ਇਸ ਤੋਂ ਬਾਅਦ ਬੈਂਕ ਹੋਰ ਕੀ ਫੈਸਿਲਿਟੀ ਦਿੰਦਾ, ਬੈਂਕ ਸਾਨੂੰ ਡਰਾਫਟ ਬਣਾਉਣ ਦੀ ਵੀ, ਤੁਸੀਂ ਪੈਸੇ ਭੇਜਣੇ ਹੈ ਕਿਤੇ ਡਰਾਫਟ ਬਣਾ ਕੇ ਭੇਜ ਸਕਦੇ ਹੋ, ਬੈਂਕਰ ਚੈੱਕ ਵੀ ਹੁੰਦਾ ਹੈ। ਇੱਕ ਅੱਜ ਕੱਲ ਜਿਹੜਾ ਸਿਸਟਮ ਚੱਲ ਗਿਆ ਨੇ ਆਨਲਾਈਨ ਕਰਨ, ਆਰਟੀਜੀਐਸ ਰੀਅਲ ਟਾਈਮ ਗ੍ਰੋਸ ਸੈਟਲਮੈਂਟ, ਉਹ ਨਾਲ ਦੀ ਨਾਲ ਪੇਮੈਂਟ ਹੋ ਜਾਂਦੀ ਹੈ ਤੁਹਾਡੇ ਅਕਾਊਂਟ ਦੇ ਵਿੱਚੋਂ। ਆਰਟੀਜੀਐਸ ਇੱਕ ਦੋ ਵਰਡ ਹੋਰ ਹੈ, ਨੈਫਟ, ਇਹ ਵੀ ਨਾਲ ਦੀ ਨਾਲ ਪੇਮੈਂਟ ਵਾਸਤੇ ਹੈ। ਨੈਸ਼ਨਲ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ, ਇਹਨਾਂ ਦੀ ਫੁੱਲ ਫਾਰਮ ਬੇਟਾ ਤੁਹਾਨੂੰ ਬੁੱਕ ਦੇ ਵਿੱਚ ਵੀ ਲਿਖੀ ਹੈ, ਮੈਂ ਬੋਲ ਵੀ ਦਿੱਤੀ ਹੈ, ਰੀਅਲ ਟਾਈਮ ਗ੍ਰੋਸ ਸੈਟਲਮੈਂਟ। मेरी कोशिश है आज ज़्यादा तो ज़्यादा ये लैसन कंप्लीट करवाने दी। नैशनल इलैक्ट्रॉनिक फंड ट्रांसफर, तो ये नाल दी नाल पैसे ट्रांसफर हो जाते हैं। अजकल व्यापारी जो है एवें ही पेमेंट करते हैं, ईवन तुसी तुहाडी मोबाइल की ऐप है तो तुसी या नैट बैंकिंग नाल तुसी भी पर्सन आप भी कर सकते हो। बैंक ओवरड्राफ्ट मैं पहले ही दस चुकिया हाँ, ये है। इस तो बाद इहदे नाल संबंधित मैं पहले ही दस चुकिया, बैंकिंग दे विच एक चीज़ और आ गई है, वो है ई बैंकिंग, इलैक्ट्रॉनिक बैंकिंग। ई बैंकिंग दे विच बेटा कई चीज़ां ना आ गई ने जिन्हों, जिंदे विच मेन है ई बैंकिंग। ई बैंकिंग दे विच की आ गया बेटा, नैट बैंकिंग, तुहाडा एक आईडी पासवर्ड बनदा, उहदे नाल तुसीं आपदे खाते विचों पैसे दे सकदे हो, किसी नूं भी पेमेंट कर सकदे हो। और ई बैंकिंग तो बाद मोबाइल बैंकिंग, तुसीं आपदे मोबाइल दे विच तुहाडे एक ऐप आ जाऊगी, जिवें मेरे कोल भी जिहड़ा मेरे कोल बैंक का अकाउंट है उस बैंक की ऐप है, मैं उस विच नाल दी नाल पैसे भेज सकदा हाँ। फोन बैंकिंग भी आ गया, तुसीं फोन नाल भी अपने ट्रांजैक्शन कर सकते हो, फोन बैंकिंग भी आ गया, मोबाइल बैंकिंग, फोन बैंकिंग, ये सारा की ने ई बैंकिंग दे इलैक्ट्रॉनिक बैंकिंग दे टाइप्स ने, ठीक है। एटीएम, अच्छा ई बैंकिंग दे विच ही आ जांदा बेटा कि इनू ई बैंकिंग दे विच अगे दिता EFT दी करदे आ, इलैक्ट्रॉनिक फंड ट्रांसफर। अच्छा दूजा एटीएम जिहड़ा आंदा वो भी ई बैंकिंग च आ जांदा है। डेबिट कार्ड, क्रेडिट कार्ड जिहड़ा है, क्रेडिट कार्ड कुछ बच्चों नूं डेबिट कार्ड ते क्रेडिट कार्ड च डिफरेंस नहीं पता होगा बेटा। डेबिट कार्ड हुंदा है
ਜਿਵੇਂ ਤੁਹਾਨੂੰ ਮੈਂ ਹੁਣੇ ਦੱਸਿਆ ਸੀ ਲਿਮਿਟ ਵਾਲੀ ਹਿਸਾਬ ਹੈ। ਜੇ ਤੁਹਾਡੇ ਖਾਤੇ ਵਿੱਚ 20,000 ਹੈ, ਤੁਸੀਂ 20,000 ਤੱਕ ਹੀ ਪੈਸੇ ਕਢਵਾਣੇ ਕਰ ਸਕਦੇ ਹੋ, ਉਹ ਤੁਹਾਡਾ ATM ਜਾਂ ਡੈਬਿਟ ਕਾਰਡ ਦੇ ਵਿੱਚ ਹੁੰਦਾ ਹੈ। ਜੇ ਤੁਸੀਂ ਇਹ ਚਾਹੁੰਦੇ ਹੋ ਵੀ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਤੁਸੀਂ ਬੈਂਕ ਤੋਂ ਲਿਮਿਟ ਬਣਵਾਈ ਹੈ 50,000 ਤੱਕ ਮੈਂ ਹੋਰ ਪੈਸੇ ਕਢਵਾ ਸਕਾਂ, ਤੁਹਾਨੂੰ ਬੈਂਕ ਕ੍ਰੈਡਿਟ ਕਾਰਡ ਦਿੰਦਾ। ਕ੍ਰੈਡਿਟ ਕਾਰਡ ਦਾ ਮੀਨਿੰਗ ਹੈ ਤੁਹਾਡੇ ਪੈਸੇ ਨਹੀਂ ਹੈ, ਤੁਸੀਂ ਬੈਂਕ ਤੋਂ ਉਧਾਰ ਲੈ ਰਹੇ ਹੋ। ਠੀਕ ਹੈ, ਇਹ ਡਿਫਰੈਂਸ ਪਤਾ ਹੋਣਾ ਚਾਹੀਦਾ ਬੇਟਾ ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ 'ਚ। ਅਵੋਇਡ ਕਰੋ ਜਿੱਥੇ ਤੱਕ ਸੰਭਵ ਹੈ, ਤੁਹਾਨੂੰ ਪੈਸੇ ਦੀ ਤੁਹਾਡਾ ਸਰਦਾ ਹੈ ਤਾਂ ਕ੍ਰੈਡਿਟ ਕਾਰਡ ਸਾਨੂੰ ਨਹੀਂ ਲੈਣਾ ਚਾਹੀਦਾ। ਇਹਦੇ ਚਾਰजेस ਵਗੈਰਾ ਹੋਰ ਲੱਗਦੇ ਨੇ, ਕਈ ਕਹਿੰਦੇ ਤਾਂ ਹੈ ਫਰੀ, ਪਰੰਤੂ ਸਾਨੂੰ ਧਿਆਨ ਰੱਖਣਾ ਪੈਂਦਾ ਹੈ। ਇੱਕ ਦਿਨ ਦੇ ਵੀ ਅਸੀਂ ਅਗਰ ਯੂਜ਼ ਕਰ ਲਿਆ ਉਸ ਲਿਮਿਟ ਤੋਂ ਬਾਹਰ ਤਾਂ ਸਾਡੇ ਉਹਦੇ ਉੱਪਰ ਵਿਆਜ ਲੱਗ ਜਾਂਦਾ ਹੈ। ਤਾਂ ਕ੍ਰੈਡਿਟ ਕਾਰਡ ਦਾ ਮਤਲਬ ਬੈਂਕ ਦਾ ਪੈਸਾ ਯੂਜ਼ ਕਰਨਾ, ਉਧਾਰਾ ਲੈਣਾ। ਡੈਬਿਟ ਕਾਰਡ ਦਾ ਮੀਨਿੰਗ ਆਪ ਦਾ ਪੈਸਾ ਯੂਜ਼ ਕਰਨਾ। ਬਰੀਫ ਦੇ ਵਿੱਚ ਇਹ ਹੈ। ਉਸ ਤੋਂ ਬਾਅਦ ਇਹ ਸੀਗਾ ਬੇਟਾ ਮੈਂ ਮੇਨ ਗੱਲਾਂ ਜਿਹੜੀਆਂ ਆਪਾਂ ਵੈਸੇ ਡਿਟੇਲ 'ਚ ਅੱਗੇ ਕੀਤੀਆਂ ਹੋਈਆਂ ਨੇ, ਅੱਜ ਸਿਰਫ ਦੁਬਾਰਾ ਟੱਚ ਕਰੀਏ ਨਾ। ਇੰਸ਼ੋਰੈਂਸ ਸੈਕਿੰਡ ਸੈਕਟਰ, ਸਰਵਿਸ ਸੈਕਟਰ ਆ ਗਿਆ। ਇੰਸ਼ੋਰੈਂਸ ਬੀਮਾ। ਬੀਮਾ ਬੇਟਾ ਕਈ ਤਰ੍ਹਾਂ ਦਾ ਹੁੰਦਾ ਹੈ, ਸਾਨੂੰ ਸਿਰਫ ਇੰਨਾ ਪਤਾ ਵੀ ਲਾਈਫ ਇੰਸ਼ੋਰੈਂਸ ਦੇ ਬਾਰੇ ਅਸੀਂ ਸੁਣਿਆ ਹੋਇਆ ਹੈ, ਸਾਨੂੰ ਪਤਾ ਹੈ LIC। ਅੱਜ ਕੱਲ ਲਾਈਫ ਇੰਸ਼ੋਰੈਂਸ ਦੇ ਵਿੱਚ ਵੀ ਪ੍ਰਾਈਵੇਟ ਤੇ ਸਰਕਾਰੀ ਕੰਪਨੀਆਂ ਦੋਨੋਂ ਨੇ। LIC ਜਿਹੜੀ ਹੈ ਸਰਕਾਰੀ ਕੰਪਨੀ ਕਹਿ ਸਕਦੇ ਹੋ ਤੁਸੀਂ, ਠੀਕ ਹੈ। ਲਾਈਫ ਇੰਸ਼ੋਰੈਂਸ ਆਫ ਕਾਰਪੋਰੇਸ਼ਨ, ਪ੍ਰਾਈਵੇਟ ਕੰਪਨੀਆਂ ਵੀ ਬਹੁਤ ਸਾਰੀਆਂ ਕਰਦੀਆਂ ਨੇ। ਜਿਹੜਾ ਵੀ ਬੈਂਕ ਹੈ, ਤੁਸੀਂ ਚਾਹੇ ਐਕਸਿਸ ਬੈਂਕ ਵਾਲੇ ਕੋਲ ਚਲੇ ਜਾਓਗੇ ਉਹ ਭਾਰਤੀ ਵਾਲੇ ਨਾਲ ਕਰ ਦਿੰਦੀ ਹੈ, ਕੋਈ HDFC ਵਾਲੀ ਜਿਹੜੀ ਹੈ ਉਹ ਇਰਗੋ ਵਾਲੇ ਨਾਲ ਕਰ ਦਿੰਦੀ ਹੈ। ਇਸ ਤਰ੍ਹਾਂ ਅਲੱਗ-ਅਲੱਗ ਕੰਪਨੀਆਂ ਨੇ ਜਿਹੜੀਆਂ ਇੰਸ਼ੋਰੈਂਸ ਸੈਕਟਰ ਦੇ ਵਿੱਚ ਨੇ। ਉਹ ਲਾਈਫ ਇੰਸ਼ੋਰੈਂਸ ਵੀ ਕਰਦੀਆਂ ਨੇ, ਫਾਇਰ ਇੰਸ਼ੋਰੈਂਸ ਵੀ ਕਰਦੀਆਂ ਨੇ। ਵੈਸੇ ਮੇਨਲੀ ਦੋ ਤਰ੍ਹਾਂ ਦਾ ਇੰਸ਼ੋਰੈਂਸ ਹੁੰਦਾ ਬੇਟਾ, ਇੱਕ ਤਾਂ ਲਾਈਫ, ਇੱਕ ਜਰਨਲ। ਲਾਈਫ ਦੇ ਵਿੱਚ ਜੀਵਨ ਦਾ ਹੁੰਦਾ ਵੀ ਜਿੰਦਾ ਡੈਥ ਨਾਲ ਸੰਬੰਧਿਤ ਹੈ, ਪਰੰਤੂ ਕੁਝ ਚੀਜ਼ਾਂ ਜਰਨਲ ਨੇ। ਜਿਵੇਂ ਤੁਸੀਂ ਬਾਈਕ ਵਗੈਰਾ ਦਾ ਕਰਵਾਉਂਦੇ ਹੋ ਤਾਂ ਬਾਈਕ ਦਾ ਇੰਸ਼ੋਰੈਂਸ ਜਿਹੜਾ ਹੈ ਜਰਨਲ ਇੰਸ਼ੋਰੈਂਸ ਆ ਜਾਂਦਾ ਹੈ। ਤੁਸੀਂ ਆਪਦਾ ਮਕਾਨ ਦਾ ਕਰਵਾਉਂਦੇ ਹੋ ਵੀ ਤੁਹਾਡੇ ਮਕਾਨ ਬਣਵਾਇਆ ਤੁਸੀਂ, ਕੁਝ ਹੋ ਜਾਏ ਕੁਝ ਹੋਰ ਹੈ, ਕਈ ਥਾਵਾਂ ਤੇ ਰਿਸਕ ਹੁੰਦਾ ਹੈ, ਉਹ ਵੀ ਜਰਨਲ ਚ ਆ ਜਾਂਦਾ ਹੈ। ਫਾਇਰ ਹੈ, ਮੈਰਿਨ ਹੈ, ਮਿਸਲੇਨੀਅਸ ਹੈ। ਥੋੜਾ ਇਹਦੇ ਬਾਰੇ ਵਿੱਚ ਦੱਸਦਾ ਹੋਇਆ ਮੈਂ ਅੱਗੇ ਵਧਦਾ। ਇੰਸ਼ੋਰੈਂਸ ਜਿਹੜਾ ਹੈ ਹੁੰਦਾ ਕੀ ਹੈ, ਇੱਕ ਦੋ ਪਾਰਟੀਆਂ, ਇੱਕ ਮੰਨ ਲਓ ਮੈਂ ਇੰਸ਼ੋਰੈਂਸ ਕਰਵਾਇਆ ਹੈ, ਇੱਕ LIC ਕੰਪਨੀ ਹੈ, ਦੋਨਾਂ ਵਿੱਚ ਇੱਕ ਸਮਝੌਤਾ ਹੈ ਕਿ ਇਹ ਚੀਜ਼ ਹੋਏਗੀ ਤਾਂ ਤੁਸੀਂ ਮੈਨੂੰ ਇੰਨੀ ਪੇਮੈਂਟ ਕਰੋਗੇ। ਮੰਨ ਲਓ ਮੈਂ ਕੰਪਨੀ ਨੂੰ 20,000 ਦੇ ਕਿਸ਼ਤ ਦੇਣਾ ਹੈ ਸਾਲ ਦੀ, ਉਹਦੇ ਬਦਲੇ ਵਿੱਚ 5 ਲੱਖ ਦਾ ਬੀਮਾ ਕੀਤਾ ਹੈ। ਅਗਰ ਮੇਰੀ ਡੈਥ ਹੋ ਜਾਂਦੀ ਹੈ ਤਾਂ ਮੈਂ ਉਹਦੇ ਚ ਲਿਖ ਕੇ ਦਿੱਤਾ ਵੀ ਮੇਰਾ 5 ਲੱਖ ਰੁਪਇਆ ਇਹਨੂੰ ਦੇ ਦਿਓ। ਅਗਰ ਕੁਝ ਨਹੀਂ ਹੁੰਦਾ ਤਾਂ ਕੁਝ ਨਹੀਂ ਮਿਲਦਾ, ਇਹ ਜਰਨਲ ਚ ਆਮ ਤੌਰ ਤੇ ਹੁੰਦਾ ਹੈ। ਬਾਕੀ ਲਾਈਫ ਦੇ ਵਿੱਚ ਕੁਝ ਕਹਿੰਦੇ ਆ ਵੀ ਇੰਨੇ ਸਾਲ ਤੋਂ ਬਾਅਦ ਅਗਰ ਤੁਹਾਨੂੰ ਕੁਝ ਨਹੀਂ ਹੁੰਦਾ ਤੁਹਾਨੂੰ ਇੰਨੇ ਪੈਸੇ ਵੀ ਦੇ ਦਿਆਂਗੇ। ਇਹ ਇੱਕ ਤਰੀਕੇ ਨਾਲ ਸਾਡੇ ਕੰਪਨੀ ਤੇ ਕਸਟਮਰ ਦੇ ਵਿਚਾਲੇ ਕੰਟਰੈਕਟ ਹੈ। ਇਹਦੇ ਵਿੱਚ ਜਿਹੜਾ ਬੀਮਾ ਕਰਵਾਉਂਦਾ ਹੈ ਉਹਨੂੰ ਇੰਸ਼ੋਰਰ ਕਹਿੰਦੇ ਹਾਂ, ਜਿਹੜੀ ਕੰਪਨੀ ਬੀਮਾ ਕਰਦੀ ਹੈ, ਇਹ ਕੰਪਨੀ ਬੀਮਾ ਕਰਦੀ ਹੈ ਉਹਨੂੰ ਕਹਿੰਦੇ ਆ ਇੰਸ਼ੋਰਰ। ਜਿਵੇਂ ਮੰਨ ਲਓ ਆਪਾਂ ਆ ਜਿਹੜੀਆਂ ਉੱਪਰ ਕੰਪਨੀਆਂ ਲਿਖੀਆਂ ਨੇ ਇਹ ਕੀ ਨੇ, ਇੰਸ਼ੋਰਰ। ਅਸੀਂ ਬੀਮਾ ਕਰਾਇਆ ਹੈ ਇੰਸ਼ੋਰਡ। ਮੰਨ ਲਓ ਮੈਂ ਬੀਮਾ ਕਰਾਇਆ ਹੈ, ਮੇਰਾ ਨਾਮ ਚੰਦਰਸ਼ੇਖਰ ਪਤਾ ਹੀ ਹੈ, ਤਾਂ ਇੰਸ਼ੋਰਡ। ਉਸ ਤੋਂ ਬਾਅਦ ਪ੍ਰੀਮੀਅਮ। ਇੱਕ ਗੱਲ ਦਾ ਬੇਟਾ ਮੈਨੂੰ BCom ਕਰ ਲਈ ਉਦੋਂ ਤੱਕ ਵੀ ਨਹੀਂ ਸਮਝ ਆਈ ਸੀ ਵੀ ਸਾਰੇ ਕਹਿੰਦੇ ਸੀ ਮੈਂ 5 ਲੱਖ ਦਾ ਬੀਮਾ ਕਰਾਇਆ ਹੈ ਤੇ ਮੈਨੂੰ ਮਰਨ ਤੋਂ ਬਾਅਦ 5 ਲੱਖ ਬੀਮਾ। ਦੋ ਚੀਜ਼ਾਂ 'ਚ ਫਰਕ ਹੁੰਦਾ ਹੈ। 5 ਲੱਖ ਦਾ ਬੀਮੇ ਦਾ ਮੀਨਿੰਗ ਹੈ ਸਮ ਅਸ਼ੋਰਡ। ਅਸ਼ੋਰਡ ਮੈਨੇ ਗਰੰਟੀ ਦਿੱਤੀ ਹੈ। ਇਹਦਾ ਮਤਲਬ ਇਹ ਨਹੀਂ ਹੁੰਦਾ ਵੀ 5 ਲੱਖ ਦੇਵਾਂਗਾ ਬੀਮਾ ਕੰਪਨੀ ਨੂੰ। ਮੈਂ ਇਹ ਸੋਚਦਾ ਰਿਹਾ ਵੀ 5 ਲੱਖ ਕੰਪਨੀ ਨੂੰ ਦੇ ਦੋ, ਉਹੀ ਮੈਨੂੰ ਮਰਨ ਤੇ ਦੇ ਦੂਗੀ, ਫਾਇਦਾ ਕੀ ਹੋਇਆ। ਇਹਨੂੰ ਸਮ ਅਸ਼ੋਰਡ ਕਹਿੰਦੇ ਆ। ਇਹਦੀ ਪ੍ਰੀਮੀਅਮ ਥੋੜੀ ਹੁੰਦੀ ਹੈ। ਮੰਨ ਲਓ ਪ੍ਰੀਮੀਅਮ ਹੁੰਦੀ 10,000 ਸਾਲ ਦੀ ਹੈ। ਮੰਨ ਲਓ 10,000 ਰੁਪਇਆ 1 ਸਾਲ ਦੀ ਹੈ ਪਰ ਐਨਮ, ਤੇ 5 ਸਾਲ ਦਿੱਤਾ, 5 ਸਾਲ ਬਾਅਦ ਕੁਝ ਹੋ ਜਾਂਦਾ ਹੈ, 50,000 ਹੀ ਗਿਆ ਨਾ, ਮੈਨੂੰ ਹੋ ਜਾਂਦਾ ਹੈ ਤੇ ਮੇਰੇ ਘਰਦਿਆਂ ਨੂੰ ਦਿੱਕਤ ਨਾ ਆਵੇ ਤਾਂ ਉਹ ਕੀ ਕਹਿੰਦੇ ਆ 5 ਲੱਖ ਰੁਪਇਆ ਦੇ ਦੇਣਗੇ। ਇਹ ਇੱਕ ਕੰਟਰੈਕਟ, ਇੱਕ ਤਰੀਕੇ ਦਾ ਬੀਮਾ ਕੰਪਨੀ ਦਾ ਬਿਜ਼ਨਸ ਹੈ। ਪ੍ਰੀਮੀਅਮ ਲੈਂਦੀ ਹੈ, ਪ੍ਰੀਮੀਅਮ ਦਿੰਨੇ ਅਸੀਂ, ਨਾ ਕਿ ਜਿੰਨੇ ਦਾ ਬੀਮਾ ਉਹਨਾਂ। ਆਪਾਂ ਇਹ ਕਹਿੰਦੇ ਜ਼ਰੂਰ ਨਾ 5 ਲੱਖ ਦਾ ਬੀਮਾ ਕਰਾਇਆ, ਪਰ 5 ਲੱਖ ਨਹੀਂ ਦਿੰਦੇ, ਦਿੰਨੀ ਜਿਹੜੀ ਅਮਾਉਂਟ ਦਿੰਨੇ ਆ ਉਹਨੂੰ ਪ੍ਰੀਮੀਅਮ ਕਹਿੰਦੇ। ਓਕੇ, ਇੰਸ਼ੋਰਡ ਅਮਾਉਂਟ। ਉਸ ਤੋਂ ਬਾਅਦ ਹੈ ਕੰਮ ਕੀ ਹੈ ਬੀਮਾ ਕੰਪਨੀ ਦੇ, ਸਾਨੂੰ ਸਿਕਿਉਰਿਟੀ ਦੇਣਾ, ਰਿਸਕ ਕਵਰ ਕਰਨਾ। ਕਿਉਂਕਿ ਦੇਖੋ ਜਿਵੇਂ ਮੰਨ ਲਓ ਸਾਡਾ ਸਮਾਨ ਜਾ ਰਿਹਾ ਸਮੁੰਦਰ ਦੇ ਵਿੱਚ, ਸਮੁੰਦਰੀ ਬੀਮੇ ਨੂੰ ਕਹਿੰਦੇ ਆ ਮੈਰੀਨ। ਸਮੁੰਦਰ ਵਿੱਚ ਸਾਡਾ 5 ਲੱਖ ਦਾ ਸਮਾਨ ਜਾ ਰਿਹਾ ਤੇ ਅਸੀਂ 10,000 ਦੇ ਵਿੱਚ ਬੀਮਾ ਕਰਵਾਇਆ ਹੈ
ਤਾਂ ਸਾਡਾ ਅਗਰ ਸਮਾਨ ਸਹੀ ਸਲਾਮਤ ਪਹੁੰਚ ਗਿਆ ਤਾਂ ਸਾਡਾ 10,000 ਹੀ ਲੱਗਿਆ, ਨਹੀਂ ਤਾਂ ਸਾਡਾ 5 ਲੱਖ ਦਾ ਸਮਾਨ ਖਰਾਬ ਹੋ ਜਾਣਾ ਸੀਗਾ। ਤਾਂ ਆਪਾਂ 5 ਲੱਖ ਦਾ ਸਮਾਨ ਬਚਾਉਣ ਵਾਸਤੇ ਇੱਕ ਤਰੀਕੇ ਨਾਲ 10,000 ਖਰਚ ਕਰਦੇ ਹਾਂ। ਜਿਵੇਂ ਆਪਾਂ ਕਿਰਾਇਆ ਦਿੰਨੇ ਆ ਗੱਡੀ ਦਾ, ਉਸੇ ਤਰ੍ਹਾਂ ਇੱਕ ਇੰਸ਼ੋਰੈਂਸ ਇੱਕ ਕਿਰਾਇਆ ਹੋ ਗਿਆ। ਸਾਨੂੰ ਰਿਸਕ, ਸਾਨੂੰ ਡਰ ਨਹੀਂ ਹੁੰਦਾ ਵੀ ਜੇ ਹੋ ਗਿਆ ਕੁਝ ਤਾਂ ਕੀ ਹੋਏਗਾ। ਹੈਲਪਫੁਲ ਇਨ ਕੈਪੀਟਲ ਫਾਰਮੇਸ਼ਨ, ਸੇਵਿੰਗ ਵਧਾਉਂਦੇ ਆ ਆਪਾਂ ਇਹਦੇ ਨਾਲ। ਇੱਕ ਤਰੀਕੇ ਨਾਲ ਤੁਸੀਂ ਲੋਕੀ ਕਹਿੰਦੇ ਬੀਮਾ ਤਾਂ ਕਰਾਇਆ ਵੀ ਚਲੋ 20 ਸਾਲਾਂ ਬਾਅਦ ਸਾਨੂੰ ਪੈਸੇ ਮਿਲ ਜਾਣਗੇ। ਸਮਾਜ ਦਾ ਭਲਾ ਵੀ ਹੁੰਦਾ। ਸਮਾਜ ਦਾ ਭਲਾ ਕਿਵੇਂ ਹੁੰਦਾ ਬੇਟਾ? ਇੰਸ਼ੋਰੈਂਸ ਦਾ ਮੇਨ ਜਿਹੜੀ ਥਿਊਰੀ ਵੀ ਇਹੀ ਚੱਲਦੀ ਪਈ ਹੈ। ਮੰਨ ਲਓ ਸਾਡੀ ਇੱਕ ਮੁਹੱਲਾ ਹੈ, ਮੁਹੱਲੇ ਦੇ ਵਿੱਚ 20 ਘਰ ਨੇ। 20 ਘਰਾਂ ਚ ਸਾਨੂੰ ਇਹ ਹੈ ਵੀ ਸਾਡਾ ਘਰ ਦੇ ਅੱਗ ਆਮ ਤੌਰ ਤੇ ਲੱਗਦੀ ਰਹਿੰਦੀ ਹੈ। ਮੰਨ ਲਓ ਇੱਕ ਮਕਾਨ ਨੂੰ ਅੱਗ ਲੱਗੀ, ਉਹਦਾ 4 ਲੱਖ ਦਾ ਨੁਕਸਾਨ ਹੋ ਗਿਆ। ਕਿ 19 ਲੋਕ ਜਿਹੜੇ ਅਸੀਂ 19 ਲੋਕ ਜਿਹੜੇ ਰਹਿੰਦੇ ਹਾਂ ਅਸੀਂ, ਬਾਕੀ ਉਹਨੂੰ ਕੁਝ ਪੈਸੇ ਦੇਵਾਂਗੇ? ਉਹਦਾ ਸੜਿਆ ਸਾਡਾ ਥੋੜੀ ਸੜਿਆ, ਅਸੀਂ ਕਿਉਂ ਦਈਏ? ਨਹੀਂ ਦਿੰਦੇ। ਪਰੰਤੂ ਆਪਾਂ ਜੇ 20 ਦੇ 20 ਲੋਕ ਇਕੱਠੇ ਹੋ ਕੇ ਕਰਦੇ ਆ ਵੀ ਐਵੇਂ ਕਰਦੇ ਆ, ਆਪਾਂ 20,000 ਰੁਪਇਆ ਪਾਉਂਦੇ ਆ, 20 ਜਣੇ ਆ, 4 ਲੱਖ ਇਕੱਠਾ ਹੋ ਗਿਆ, ਇੱਕ ਬੈਂਕ 'ਚ ਰੱਖਤਾ ਬਾਈ ਆ ਸਾਡਾ ਸਾਰਿਆਂ ਦਾ ਹੈ 20,000। ਜੇ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਉਹਨੂੰ ਇਹਦੇ ਚੋਂ ਪੈਸੇ ਮਿਲ ਜਾਣਗੇ। ਫਿਰ ਅਸੀਂ ਤਿਆਰ ਹੋ ਜਾਵਾਂਗੇ, ਕਿਉਂਕਿ ਫਿਰ ਸਾਨੂੰ ਇਹ ਹੈ ਅੱਜ ਸਾਡਾ ਨਹੀਂ ਪਤਾ ਨਹੀਂ ਕਿੰਦਾ ਕਦੋਂ ਹੋ ਜਾਵੇ। ਤਾਂ ਇੰਸ਼ੋਰੈਂਸ ਵੀ ਐਸੇ ਤੇ ਚੱਲਦੀ ਹੈ ਵੀ 20 ਕਿਸ਼ਤ ਦੇਈ ਜੰਨੇ ਅਸੀਂ, 4 ਲੱਖ ਦਾ ਬੀਮਾ, ਜੇ ਕੁਝ ਹੋ ਗਿਆ ਤਾਂ ਮਿਲ ਜੂਗਾ, ਨਹੀਂ ਹੋਇਆ ਤਾਂ ਕਿਸੇ ਨੂੰ ਤਾਂ ਹੋਏਗਾ, ਉਹਨੂੰ ਮਿਲ ਜੂਗਾ। ਇਹਨੂੰ ਤਾਂ ਕਰਕੇ ਇਹਨੂੰ ਇੱਕ ਸੋਸ਼ਲ ਵੈਲਫੇਅਰ, ਸਮਾਜ ਭਲਾਈ ਦਾ ਕੰਮ ਵੀ ਇੰਸ਼ੋਰੈਂਸ ਨੂੰ ਕਹਿੰਦੇ ਆ। ਇਹਦੇ ਕੁਝ ਪ੍ਰਿੰਸੀਪਲ ਨੇ। ਇਹ ਵੀ ਇੱਕ ਤਾਂ ਵਿਸ਼ਵਾਸ ਤੇ ਕੰਮ, ਜਿਵੇਂ ਇੱਕ ਪ੍ਰਿੰਸੀਪਲ ਹੈ ਇੰਸ਼ੋਰੇਬਲ ਇੰਟਰਸਟ। ਮੈਂ ਇਰੇਜ਼ ਕਰਕੇ ਲਿਖਦਾ ਹਾਂ। ਪ੍ਰਿੰਸੀਪਲ ਆਫ ਇੰਸ਼ੋਰੈਂਸ ਇੰਪੋਰਟੈਂਟ ਹੈ ਬੇਟਾ, ਹਰੇਕ 2-2 ਨੰਬਰ ਵਾਲੇ ਵਿੱਚ ਵੀ ਇੱਕ ਪ੍ਰਿੰਸੀਪਲ ਆ ਸਕਦਾ ਹੈ। ਪ੍ਰਿੰਸੀਪਲ ਦਾ ਮੀਨਿੰਗ ਹੁੰਦਾ ਸਿਧਾਂਤ। ਇੰਸ਼ੋਰੇਬਲ ਇੰਟਰਸਟ ਹੋਣਾ ਚਾਹੀਦਾ ਹੈ। ਮਤਲਬ ਇਹ ਨਹੀਂ ਵੀ ਮੈਂ ਪੜੋਸੀ ਦੇ ਚੀਜ਼ ਦਾ ਬੀਮਾ ਕਰਾਈ ਜਾਵਾਂ, ਉਹਦੇ ਚ ਮੇਰਾ ਆਪਦਾ ਹਿੱਤ ਹੋਣਾ ਚਾਹੀਦਾ। ਪੜੋਸੀ ਦਾ ਕਰਾਈ ਜਾਣਾ ਜਾਂ ਕਿਸੇ ਹੋਰ ਦੇ ਸਮਾਨ ਦਾ ਕਰਾਈ ਜਾਣਾ, ਦੈਟ ਮੀਨ ਬੀਮਾ ਨਹੀਂ ਹੋਏਗਾ, ਉਹ ਗਲਤ ਹੋ ਜਾਊਗਾ, ਬੀਮਾ ਗਲਤ ਹੋ ਜਾਊਗਾ। ਠੀਕ ਹੈ, ਤਾਂ ਇਹਨੂੰ ਕਹਿੰਦੇ ਆ, ਇਹਦੇ ਪੂਰਾ ਡਿਟੇਲ ਦਿੱਤਾ ਹੋਇਆ ਬੇਟਾ, ਪੜ੍ਹ ਲੈਣਾ, ਇੰਪੋਰਟੈਂਟ ਹੈ। 4 ਨੰਬਰ ਵਾਸਤੇ ਵੀ ਇੰਪੋਰਟੈਂਟ ਹੈ ਸਾਰੇ ਪ੍ਰਿੰਸੀਪਲ, ਇਕੱਠਾ ਵੀ ਆ ਸਕਦਾ ਹੈ ਪੂਰਾ ਟੌਪਿਕ। ਇੰਟਰਸਟ, ਪ੍ਰਿੰਸੀਪਲ ਆਫ ਇੰਟਰਸਟ, ਅਟਮੋਸਟ ਗੁੱਡ ਫੇਥ, ਚੰਗਾ ਵਿਸ਼ਵਾਸ, ਕੋਈ ਚੀਜ਼ ਛਿਪਾਈ ਨਹੀਂ। ਜਿਵੇਂ ਮੰਨ ਲਓ ਮੈਂ ਹੈਲਥ ਇੰਸ਼ੋਰੈਂਸ ਕਰਾਇਆ ਤੇ ਮੈਨੂੰ ਕੋਈ ਬਿਮਾਰੀ ਹੈ, ਜਾਂ ਕਿਸੇ ਬੰਦੇ ਨੇ ਕੋਈ ਹੈਲਥ ਇੰਸ਼ੋਰੈਂਸ ਕਰਵਾਉਣ ਵੇਲੇ ਉਹਨੂੰ ਕੋਈ ਬਿਮਾਰੀ ਸੀਗੀ ਤੇ ਉਹਨੇ ਛਿਪਾ ਲਈ, ਤੇ ਉਹਨੇ ਸੋਚਿਆ ਵੀ ਚਲ ਮੈਂ ਮੇਰੀ ਡੈਥ ਹੋਏਗੀ ਤਾਂ ਮੇਰੇ ਪਰਿਵਾਰ ਨੂੰ ਪੈਸਾ ਮਿਲ ਜੂਗਾ, ਵਧੀਆ। ਉਹ 4 ਮਹੀਨੇ ਬਾਅਦ ਡੈਥ ਹੋ ਗਈ, ਤਾਂ ਬੀਮਾ ਕੰਪਨੀ ਐਵੇਂ ਹੀ ਪੈਸੇ ਨਹੀਂ ਦਿੰਦੇ, ਉਹ ਕੀ ਕਰਦੇ, ਚੈੱਕ ਕਰਦੇ ਆ। ਜੇ ਪਤਾ ਲੱਗ ਜਾਂਦਾ ਵੀ ਇਹਦੀ ਬਿਮਾਰੀ ਪੁਰਾਣੀ ਸੀ, ਇਹਨੂੰ ਪਤਾ ਵੀ ਸੀਗਾ ਛੁਪਾਈ ਹੈ, ਤਾਂ ਉਹਨੂੰ ਪੰਜੇ ਨਹੀਂ ਮਿਲਣੇ। ਇਸੇ ਤਰ੍ਹਾਂ ਮੰਨ ਲਓ ਆਪਾਂ ਕੋਈ ਗੋਡਾਊਨ ਦਾ ਬੀਮਾ ਕਰਾਇਆ, ਉਹਦੇ ਚ ਆਪਾਂ ਇਹ ਕਹਿਤਾ ਵੀ ਸਾਡੇ ਇਹਦੇ ਚ ਕੋਈ ਵੀ ਜਲਣ ਵਾਲੀ ਚੀਜ਼ ਨਹੀਂ ਹੈ, ਤੇ ਉੱਥੇ ਅੱਗ ਲੱਗ ਗਈ ਤੇ ਬੀਮਾ ਕੰਪਨੀ ਨੇ ਇਨਕੁਆਇਰੀ ਕੀਤੀ, ਇਨਕੁਆਇਰੀ ਚ ਪਤਾ ਲੱਗਿਆ ਉੱਥੇ 50 ਲੀਟਰ ਪੈਟਰੋਲ ਪਿਆ ਸੀਗਾ। ਦੈਟ ਮੀਨ ਉਹਨਾਂ ਆਪਾਂ ਗੱਲ ਛੁਪਾਈ ਹੈ ਤਾਂ ਉਹ ਨਹੀਂ ਮਿਲੇਗਾ। ਤਾਂ ਗੁੱਡ ਫੇਥ ਤੇ ਉੱਪਰ ਚੱਲਦੀ ਹੈ। ਇੰਡੈਮਨਿਟੀ, ਇਹ ਪ੍ਰਿੰਸੀਪਲ ਕੀ ਬੜਾ ਇੰਪੋਰਟੈਂਟ ਹੈ, ਜਿਹੜਾ ਵੀ ਇਹ ਬੱਚੇ ਇਹ ਲੈਕਚਰ ਸੁਣੀ ਜਾਂਦੇ ਆ, ਬਹੁਤ ਵਧੀਆ ਚੀਜ਼ ਹੈ, ਜਿਹੜੀ ਨੌਲੇਜ ਵਾਸਤੇ ਵੀ ਤੇ ਸਾਨੂੰ ਪਤਾ ਵੀ ਹੋਵੇ। ਆਪੇ ਸ਼ਾਇਦ ਪੜ੍ਹ ਕੇ ਤੁਹਾਨੂੰ ਜਲਦੀ ਨਾ ਸਮਝ ਆਏ, ਥੋੜਾ ਜਿਹਾ ਦੱਸਿਆ ਹੋਏਗਾ ਪਤਾ ਲੱਗ ਜੂਗਾ। ਇੰਡੈਮਨਿਟੀ ਮੀਨਸ ਛਤੀ ਪੂਰਤੀ। ਇਹ ਇਹਦਾ ਮਤਲਬ ਇਹ ਹੈ ਵੀ ਮੰਨ ਲਓ ਅਸੀਂ 5 ਲੱਖ ਦਾ ਬੀਮਾ ਕਰਾਇਆ, ਸਾਡਾ ਸਮਾਨ ਅੱਗ ਨਾਲ ਜਲ ਗਿਆ 2 ਲੱਖ ਦਾ, ਤਾਂ ਸਾਨੂੰ 2 ਲੱਖ ਹੀ ਮਿਲੂਗਾ। ਇਹ ਨਹੀਂ ਅਸੀਂ ਕਹਿ ਸਕਦੇ ਵੀ ਸਾਡਾ 5 ਲੱਖ ਦਾ ਕਰਾਇਆ ਸਾਰਾ ਦਿਓ, ਜਿੰਨਾ ਨੁਕਸਾਨ ਹੋਇਆ ਹੈ ਉਨਾ ਹੀ ਮਿਲੇਗਾ, ਉਸ ਤੋਂ ਵੱਧ ਨਹੀਂ ਮਿਲਦਾ। ਉੱਥੇ ਤੱਕ ਮਿਲ ਸਕਦਾ ਹੈ। ਹਾਂ, ਇੱਕ ਗੱਲ ਹੋਰ ਹੈ ਵੀ ਮੰਨ ਲਓ ਆਪਾਂ ਕਈ ਚੀਜ਼ਾਂ ਪਈਆਂ ਨੇ ਆਪਣੇ ਗੋਡਾਊਨ ਦੇ ਵਿੱਚ, ਆਪਾਂ ਕਰਾਇਆ ਆਪਣੇ ਗੋਡਾਊਨ ਦੇ ਵਿੱਚ 10 ਤਰ੍ਹਾਂ ਦੀ ਚੀਜ਼ਾਂ ਪਈਆਂ ਨੇ, ਆਪਾਂ 6 ਤਰ੍ਹਾਂ ਦੀ ਚੀਜ਼ਾਂ ਦਾ ਬੀਮਾ ਕਰਾਇਆ, ਤਾਂ ਆਪਾਂ ਨੂੰ ਇਹ ਨਹੀਂ ਵੀ ਬਾਕੀ 4 ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਨਸ਼ਟ ਹੋ ਗਈਆਂ ਉਹਦਾ ਪੈਸਾ ਵੀ ਮਿਲ ਜੂਗਾ, ਉਹ ਵੀ ਨਹੀਂ ਮਿਲੂਗਾ। ਜਿਹੜੀ ਜਿਹੜੀ ਚੀਜ਼ ਦਾ ਅਸੀਂ ਕਰਾਇਆ ਹੈ ਬੀਮਾ, ਉਹਦਾ ਮਿਲੂਗਾ, ਤੇ ਉਨਾ ਹੀ ਮਿਲੂਗਾ ਜਿੰਨਾ ਨੁਕਸਾਨ ਹੋਇਆ, ਨਾ ਕਿ ਸਾਰਾ ਮਿਲ ਜਾਊਗਾ। ਠੀਕ ਹੈ, ਉਸ ਤੋਂ ਵੱਧ ਵੀ ਨਹੀਂ ਮਿਲਣਾ। ਮੰਨ ਲਓ ਨੁਕਸਾਨ ਤੁਹਾਡਾ 10 ਲੱਖ ਦਾ ਹੋ ਗਿਆ, ਬੀਮਾ ਅਸੀਂ 5 ਲੱਖ ਦਾ ਕਰਾਇਆ ਤਾਂ 5 ਲੱਖ ਤੱਕ ਹੀ ਮਿਲੇਗਾ। ਪ੍ਰਿੰਸੀਪਲ ਆਫ ਕੰਟਰੀਬਿਊਸ਼ਨ,
ਹੁਣ ਬਾਜ਼ਾਰ ਦੇ ਵਿੱਚ 4 ਬੀਮਾ ਕੰਪਨੀਆਂ ਨੇ, 4 ਬੀਮਾ ਕੰਪਨੀਆਂ ਨੇ, ਤੇ ਆਪਾਂ 4 ਲੱਖ ਦਾ ਬੀਮਾ 3 ਕੰਪਨੀਆਂ ਤੋਂ ਕਰਾ ਲਿਆ, 3 ਅਲੱਗ-ਅਲੱਗ ਕੰਪਨੀਆਂ ਤੋਂ ਕਰਾ ਲਿਆ। ਫਿਰ ਆਪਣਾ ਨੁਕਸਾਨ ਹੋ ਗਿਆ, ਸਾਰਾ ਸਮਾਨ ਹੀ ਸੜ ਗਿਆ। ਇਹ ਨਹੀਂ ਹੈ ਵੀ ਆਪਾਂ ਇਹ ਕਵਾਂਗੇ ਵੀ ਸਾਨੂੰ 12 ਲੱਖ ਦੇ ਦਿਓ, ਤਿੰਨਾਂ ਕੰਪਨੀਆਂ ਤੋਂ ਕਲੇਮ ਨਹੀਂ ਕਰ ਸਕਦੇ। ਦੋ ਇੱਕ ਬੇਟਾ ਧਿਆਨ ਨਾਲ ਸੁਣਿਆ ਜੀ, ਇੱਥੇ ਇੱਕ ਗੱਲ, ਸਮਾਨ ਦੇ ਕੇਸ ਦੇ ਵਿੱਚ ਅਸੀਂ ਤਿੰਨਾਂ ਕੰਪਨੀਆਂ ਤੋਂ ਨਹੀਂ ਕਰ ਸਕਦੇ ਜਨਰਲ ਇੰਸ਼ੋਰੈਂਸ। ਹਾਂ, ਲਾਈਫ ਦੇ ਕੇਸ 'ਚ ਮੰਨ ਲਓ ਮੈਂ ਆਪਦਾ ਇੱਕ ਲਾਈਫ ਦਾ ਬੀਮਾ ਕਰਾਇਆ ਜੀਵਨ ਦਾ, ਕਿਉਂਕਿ ਜੀਵਨ ਬੇਸਕੀਮਤੀ ਹੈ, ਜਾਂ ਇੱਕ ਬੰਦੇ ਨੇ ਆਪਦਾ 5 ਲੱਖ ਦਾ ਇੱਕ ਆਪਦੀ ਲਾਈਫ ਦਾ ਕਰਵਾਇਆ, 2 ਲੱਖ ਦਾ ਇੱਕ ਤੋਂ ਕਰਾਇਆ, 4 ਲੱਖ ਦਾ ਇੱਕ ਤੋਂ, ਤਾਂ ਉਹ ਤਿੰਨਾਂ ਤੋਂ ਲੈ ਸਕਦਾ। परंतु गुड्स के केस ਦੇ ਵਿੱਚ समान जिन्ना नुकसान, क्योंकि लाइफ जिहड़ी है बेसकीमती है, ਉਹ जिन्ने ਦਾ भी करवाया 4 ਥਾਂ ਤੋਂ कराया 5 ਥਾਂ ਤੋਂ कराया मिल जूगा। परंतु ਜਿਹੜਾ समान वगैरह ਦਾ गुड्स वगैरह ਦਾ करवाया है, मैरिन ਦਾ इंश्योरेंस करवाया, ਉਹ ਤੁਹਾਨੂੰ कंट्रीब्यूट ही मिलेगा, ਤਿੰਨਾਂ ਤੋਂ टोटल उन्ना ही मिलेगा जिन्ना नुकसान होया है। ठीक है बेटा, टाइम अज लैक्चर लैसन वड्डा है, पुराना छेड़न तां ये बेटा इंश्योरेंस बारे है। इस तो बाद तुसी पढ़ोगे मैरीन इंश्योरेंस हुंदा समुद्री बीमा, ठीक है। फायर इंश्योरेंस अग नाल बीमा है, ये तुहानूं समझ आ जाऊगा। इहदे विच भी कई मैरीन च भी कई कार्गो इंश्योरेंस है, कार्गो बोलते पूरे जहाज का इंश्योरेंस हो जाना, समान का या कल किराए का भी होना, क्योंकि किराया भी बहुत ज़्यादा हुंदा है। इस तरीके का कई टाइप्स ने। परसनली बेटा जे तुहानूं जिहड़ा भी अगे एक बारी करवाया होया टॉपिक डिटेल दे विच, कुछ बच्चे नवे हैं या कुछ नहीं आए होने उदन, तो फिर भी जिन्हों डाउट होवे पूछ सकता है। फ्लोटिंग पॉलिसी भी है, पॉलिसी कई तरह की है, ब्लॉक पॉलिसी, वेजर पॉलिसी, फ्लीट पॉलिसी। तुसीं इंग्लिश या पंजाबी मीडियम वाले जिहड़े भी बच्चे ने वो समझ आ जाऊगा। फिर भी ना पता लगे तुसीं फोन करके भी पूछ सकते हो। फायर इंश्योरेंस कुछ बच्चे दूजे स्कूल दे या होर ने, वो क्योंकि मेरा लैक्चर घट लगते हैं, अकाउंट्स के ज़्यादा लगते हैं, मेरा ग्रुप के विच नंबर भी है, फिर भी तुसी पूछ सकते हो, नंबर मैं दोबारा लिख दिता। फायर इंश्योरेंस होने ही दस के हटे हैं भी अग दे उपर है, अग नाल किसी तरह का भी नुकसान होंदा है, तो उस बारे आपां लगभग गल्लां पढ़ लियां ने। लाइफ इंश्योरेंस विच भी कई प्लान होंदे ने, एक तो है होल लाइफ इंश्योरेंस, इंडोमेंट पॉलिसी, विद और विदाउट प्रॉफिट। मतलब आजकल सारी तरह के ने बेटा बिजनेस है, असी आपदा बीमे के नाल नाल आपदा इन्वेस्टमेंट टाइप भी करते हैं, आपां कमाई भी कंपनी नूं कहने आ। शेयर मार्केट च भी कंपनी जिहड़ी इंश्योरेंस कंपनी की गल कर रहे हैं, पैसा लांदियां ने, तां ਉਹ बीमे सारे उस तरीके ਦੇ ਨੇ, ਤੁਹਾਡੇ बीमा भी है नाल इन्वेस्टमेंट भी है। आजकल लोग सारे सियाने भी हो गए ने, पहले सिर्फ बीमा करवाते सी, अजकल बीमे के नाल नाल इन्वेस्टमेंट भी चलते हैं। पहले होंदे सी टाइम प्लान होंदे सी, अजकल टर्म प्लान चलते हैं। टर्म प्लान है भी 15 सालों का, 20 सालों का, उन्ने का, ते उन्होंने सानू कितना पैसा मिलेगा, साडा इन्वेस्टमेंट भी नाल चलते हैं। दो तरह के होंगे बेटा, जिमें बाइक का इंश्योरेंस आप करवाने, बाइक का इंश्योरेंस खत्म हो जाता है एक टाइम बाद, अगर मान लो साल च 1000 रुपये का बाइक का कराया, 1000 रुपये के बाइक नूं कुछ नहीं होंदा, तो वो खत्म है, 1000 रुपया नहीं मिलूगा। इस तरह लाइफ के भी दो तरह के होंगे, मान लो असी मैं भी करवाया हेल्थ इंश्योरेंस करवाया, 15,000 दिता, तो 15,000 अगर मेरी कोई बीमारी कुछ होंदा है तो खर्चा हो तो देगी सरकार, बीमा कंपनी, नहीं होंदा तो 15,000 मिटेगा। इनू हैल्थ इंश्योरेंस इस तरीके का भी होंदा है। एक होंदा मनी बैक, जिंदे पैसा वापस आ जाता है। तो एक टॉपिक बुक दे विच दिता है, तिन्नां विच डिफरेंस की है, लाइफ, मैरिन, फायर, तिन्नां इंश्योरेंस दे विच की डिफरेंस है, ये तुसी बुक दे पढ़ लोगे, समझ आ जाऊगा, क्योंकि तीनों टॉपिक आप डिस्कस कर लेने। इस तो इलावा कुछ होर तरह के बीमे ने, जिवें मोटर इंश्योरेंस, परसनल एक्सीडेंट, बरगलरी मीनिंग कि किसी ने लुट लिया सानू, वर्कमैन कंपनसेशन इंश्योरेंस एक नवा कानून है, जिवें लेबर काम करते हैं बेटा अपने फैक्ट्री दे विच, उन्होंने कई बार कोई एक्सीडेंट हो गया, डिग गया, कोई हथ कट्टिया गया, मशीन च काम करते हो रहा है, उनके वास्ते भी बीमे ने। इस तो बाद बेटा कम्यूनिकेशन
तो अपना सर्विस सैक्टर है। अजकल का चौथा लैसन ही होएगा बेटा टाइम के कारण। तो कम्युनिकेशन पढ़े या आप डाकखाने नाल कम्युनिकेशन करते हैं, आप चिट्ठी पत्र वगैरह भेज के। टैली कम्युनिकेशन मैंने टैलीफोन वगैरह नाल, मोबाइल नाल। ते अजकल जड़ा तीजा जमाना जड़ा आ गया ने फैक्स, इंटरनेट, ईमेल। आपां पढ़ी जाने, आपां मैं तुहानू बोल रहा, तुसी मैनू दस रहे हो, वो केड़ा मैथड नाल हो रहा है? एक लास्ट वाला जड़ा है इंटरनेट, फैक्स, ईमेल, व्हाट्सएप, ये सारा कुछ मैथड नाल कर रहे हैं। डाकखाने दे विच भी बेटा अगे कई चीज़ां होंदियां सीगियां टाइप्स। लैटर होंदा सी, पोस्ट कार्ड होंदा सीगा। लैटर दे विच सिंपल लैटर लिख के लिफाफे च पा के अज भी चलदा है। पोस्ट कार्ड बंद हो गया। पोस्ट कार्ड गरीबां वास्ते बनाया गया सी बेटा, पहले 5 पैसे का, फिर 10 पैसे, 15 पैसे, 25 पैसे। एक सिंपल जिहा पीले रंग का कागज होंदा सी, मोहर लगी होंदी सी सरकार दी। ते जिवें मान लो अपने यूपी बिहार दे लेबर काम करदे सी, आपदे घरे राजी खुशी लिखण वास्ते या दिवाली ते मौके त्योहार वगैरह ते उहदे ते विश करके भेजते सी। उहदा सरकार का खर्चा ज़्यादा आंदा सीगा। 25 पैसे सरकार लैंदी सी ते खर्चा उहदा 4-5 रुपए आ जांदा सी। वो सरकार ने पिछले कई साल तो बंद करता। एवें ही 2 रुपए की एक होर आंदी सी इनलैंड लैटर कार्ड, वो भी एक नीला जिहा लैटर टाइप ही होंदा सी, बंद हो जांदा सीगा अपने आप। तुसी तुहाडे पेरेंट्स ने देखिया ना, तुसी इस जमाने शायद नहीं देखिया। ठीक है, इस तरह वक्रे वक्रे पार्सल ने, रजिस्टर्ड है, पोस्टल पार्सल है, स्पीड पोस्ट है। जिवें आपां रखड़ी वगैरह भेजते हैं, स्पीड पोस्ट नाल भी भेज सकते हैं, रजिस्ट्री भी करवा सकते हैं। अच्छा, एक चीज होर है, वो यूपीसी, ये बड़ी सस्ती होंदी है, अंडर पोस्टल सर्टिफिकेट। ये भी एक तरीके का इंश्योरेंस होंदा है साडा। डाकखाने दे अगर यूपीसी करवाने, आम तौर पर लोगों को पता ही नहीं ना, डाकखाने वाले दसदे क्यों नहीं दसदे? क्योंकि जिम्मेदारी बन जाती आम तौर पर, शिकायत रहिंदी भी चिट्ठी गुआच गई जी, अच्छा जी, ते उन्होंने कहते सानू तां पता नहीं, असीं भेजती सी जिम्मेदारी। जे तुसीं यूपीसी करवाया, थोड़े जे पैसे लगते 5-10 रुपए होर, ते तुहाडा गारंटी बन जाती है डाकखाने वालियां दी भी उन्होंने पहुंचाना। जिवें अपने रजिस्ट्री वगैरह कराने हाँ, रजिस्ट्री तो सस्ती है यूपीसी। डाकखाने वाले दसदे नहीं आप बेटा जानते। ठीक है, वीपीपी की होंदा है? क्योंकि कुछ पॉइंट्स ने बिना उन्होंने मैं छड्डे अगे टप्पा मैनूं चंगा नहीं लगता। वैल्यू पेएबल पोस्ट, जे तुसीं किताबां मंगवाने हो, तुसीं कहंदे हो वीपीपी कर दो जी। वीपीपी की है? तुसीं 400 की किताबां मंगाइयां, तुसीं तुहाडे कोल डाकिया पार्सल लैके आएगा, उन्होंने 400 रुपए देओगे तो तुहानूं किताबां वाला पार्सल दे दूगा। परंतु कोशिश करिया करो किसी भी समान नूं वीपीपी द्वारा घट मंगाओ। अजकल जिहड़ियां ऑनलाइन कंपनीज ने ठगी करदियां ने, विच वट्टे निकलदे ने, तुहाडा पैसे तुहाडे डाकिया लै जांदा है। वो तो लैने ही है क्योंकि उन्हें अगे पैसे देने हैं, परंतु जो कंपनी है वो ठगी कर दी है। तो टैलीग्राम सर्विस भी बंद हो गई है, अगे होंदी सी, अजकल ऑनलाइन जरूर टैलीग्राम एक ऐप आ गई है व्हाट्सएप वांगू, वो यूज होंदी है। कोरियर सर्विस तुहानूं पता है बेटा। फैक्स, फैक्स दे नाल एक मशीन है जिंदे जिवें फोटोस्टेट वांगू, उहदे च मोबाइल नंबर आपां टाइप करते हाँ, तो जिवें मोबाइल नंबर दे विच अपना जांदा है मैसेज आंदा है, उवें प्रिंट होके अगले दे मशीन दे विच आपां टैलीफोन करते हैं, उहदे मशीन दे विच उवें प्रिंट होके अगले कोल पेपर प्रिंट निकल जांदा है प्रिंटर वांगू। तो फैक्स मशीन है। इंटरनेट तुहानूं पता ही है, WWW वर्ल्ड वाइड पता ही है। ठीक है, एक दो चीज़ां होंदियां ने बेटा, एक तो इंटरनेट है, एक कुछ दफ्तरां दे विच अपना ही सिस्टम चलदा है, उन्होंने एक्सटर्नल इंट्रानेट। इंट्रानेट की होंदा बेटा भी जिंदे सिर्फ वो, जिवें मान लो बैंक गए, बैंक वाले का सिस्टम सॉफ्टवेयर है, वो बैंक दे विच ही काम करता है, बैंक तो बाहर जाके वो काम नहीं करूगा नेटवर्क। ठीक है, इस तरह इंट्रानेट ते एक्सट्रानेट होंदा है। उस तो बाद है बेटा वेयर हाउस। वेयर हाउस की होंदा है जिथे समान रखा जाता है ताकि समान सही रहे। साडे कोल कई बार थां नहीं होंदी, कई बार समुंदर तो समान आया, समुद्री रस्ते समुंदर के किनारे वेयर हाउस बने होंगे, फिर साडी गड्डी जदों आऊगी असीं उत्थों लै जावांगे। ते ये भी कई तरह के होंगे बेटा, प्राइवेट भी वेयर हाउस होंगे है, पब्लिक वेयर हाउस भी होंगे है, कोऑपरेटिव वेयर हाउस भी होंगे है। कोऑपरेटिव का मीनिंग मिल जुल के, असीं 10 बिजनेसमैन ने मिल के आपदा बनवा लिया, कोऑपरेटिव हो गया। प्राइवेट का मीनिंग मेरे कल्ले दा है, मैं ही उहदे यूज करदा। पब्लिक का मीनिंग सरकारी है, फीस दे के कोई भी उत्थे समान रख सकता है। ठीक है, बॉन्डेड या ड्यूटी पेड, चुंगी जिवें आपां किराया दिंदे हां उवें ही सरकार जिहड़ी है उन्होंने पैसे दे के कराने हां, वो बॉन्डेड वेयर हाउस है। जदों तक असीं पैसे नहीं देंगे, समान की कीमत नहीं देंगे, वो तो समान नहीं छड्डेगी। ये बेटा लैसन सीगा, क्योंकि टाइम 1 मिनट रह गया।
ਇਹ ਜਿਹੜਾ 5th ਲੈਸਨ 3rd ਲੈਸਨ ਹੀ ਅੱਜ ਕੰਪਲੀਟ ਹੋਇਆ 5th ਲੈਸਨ ਆਪਾਂ ਜਾਂ 4th ਲੈਸਨ ਨੈਕਸਟ ਲੈਕਚਰ ਚ ਦੇਖਾਂਗੇ ਠੀਕ ਹੈ ਇਹਦੇ ਸੰਬੰਧੀ ਕੋਈ ਬੇਟਾ ਕਿਸੇ ਨੂੰ ਕੋਈ ਡਾਊਟ ਹੈ ਤਾਂ ਅਨਮਿਊਟ ਕਰਕੇ ਪੁੱਛ ਸਕਦਾ ਹੈ हाँ बेटा किसी को कोई डाउट है तो पूछ सकता है ये दोनों काम करने ने जरा तुहानू काम दस्या है ये लैसन है बिजनेस स्टडी का तीजा लैसन करना है MOP का भी बेटा पहले 4 लैसन तुसी दोबारा तो निगाह मार लेनी इनके संबंधी कोई डाउट होवे वो तुसी मेरे तो पूछ सकते हो ठीक है आ तुहाडा इस हफ्ते का काम है बिजनेस स्टडी का सिर्फ तीजा ठीक है बेटा किसी को कोई डाउट है तो पूछ सकता है अनम्यूट करके कुछ सेकंड से ही रह गए ने क्लास के